June 1984, Operation Blue Star. Was the operation well planned and well executed? Did the army misjudge the situation? Find out in our special series, Operation Blue Star, The Untold Story. ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਦੇ ਸਿੱਖਿਆ ਮਹਿਕਮੇ ਦੀ ਕਾਰਗੁਜ਼ਾਰੀ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਸਰਕਾਰੀ ਸਕੂਲਾਂ ਵਿੱਚ ਅਮਲੇ ਤੋਂ ਲੈ ਕੇ ਲੋੜੀਂਦੇ ਸਾਜੋ ਸਮਾਨ ਦੀ ਘਾਟ ਲਗਾਤਾਰ ਚਰਚਾ ਵਿੱਚ ਰਹਿੰਦੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੀ ਬਿਆਨਬਾਜ਼ੀ ਕਾਰਨ ਵਿਵਾਦਾਂ ਦਾ ਸਬੱਬ ਬਣਦੇ ਰਹੇ ਨੇ, ਪਰ ਹੁਣ ਮਹਿਕਮੇ ਵਿੱਚ 3 ਘਪਲੇ ਬੇਪਰਦ ਹੋਏ ਨੇ। ਇੱਕ ਪਾਸੇ ਸਰਕਾਰ ਸਿੱਖਿਆ ਵਰਗੇ ਅਹਿਮ ਮਹਿਕਮੇ ਵਿੱਚੋਂ ਹੱਥ ਪਿੱਛੇ ਖਿੱਚ ਰਹੀ ਹੈ ਤੇ ਦੂਜੇ ਪਾਸੇ ਇਸੇ ਮਹਿਕਮੇ ਵਿੱਚ ਘਪਲੇ ਹੋ ਰਹੇ ਨੇ। ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਜ਼ਿਆਦਾਤਰ ਗਲਤ ਕਾਰਨਾਂ ਕਰਕੇ ਹੀ ਖਬਰਾਂ ਵਿੱਚ ਰਹਿੰਦੇ ਨੇ। ਉਹਨਾਂ ਦੀ ਬਿਆਨਬਾਜ਼ੀ ਅਤੇ ਕਾਰਜਸ਼ੈਲੀ ਲਗਾਤਾਰ ਵਿਵਾਦਾਂ ਦਾ ਸਬੱਬ ਬਣਦੀ ਹੈ। ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦੀ ਚਰਚਾ ਹਾਲੇ ਮੱਠੀ ਵੀ ਨਹੀਂ ਪਈ ਕਿ ਉਹਨਾਂ ਦੇ ਮਹਿਕਮੇ ਦੇ ਘਪਲੇ ਅਤੇ ਕੁਨਬਾ ਪ੍ਰਸਤੀ ਚਰਚਾ ਵਿੱਚ ਹੈ। ਉਹਨਾਂ ਨੇ ਆਪਣੀ ਨੂੰਹ ਪਰਮਪਾਲ ਕੌਰ ਨੂੰ ਆਪਣੇ ਹੀ ਮਹਿਕਮੇ ਵਿੱਚ ਵੱਡੇ ਅਹੁਦੇ ਨਾਲ ਨਵਾਜਿਆ। ਇਸ ਨਿਯੁਕਤੀ ਨੂੰ ਕਨਫਲਿਕਟ ਆਫ ਇੰਟਰਸਟ ਵਜੋਂ ਕਿਉਂ ਨਹੀਂ ਵੇਖਿਆ ਜਾ ਸਕਦਾ? ਹੁਣ ਇੱਕ-ਇੱਕ ਕਰਕੇ 3 ਘਪਲੇ ਸਾਹਮਣੇ ਆਏ ਨੇ। ਸਭ ਤੋਂ ਪਹਿਲਾਂ ਸਿੱਖਿਆ ਮਹਿਕਮੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਵਿਦਿਆਰਥੀ ਕਿਸੇ ਵਿਸ਼ੇਸ਼ ਪ੍ਰਕਾਸ਼ਕ ਤੋਂ ਨੋਟਬੁੱਕਾਂ ਖਰੀਦਣ। ਦੂਜਾ ਘਪਲਾ ਮਾਨਸਾ ਦੇ ਇੱਕ ਪ੍ਰਕਾਸ਼ਕ ਵੱਲੋਂ ਸਰਕਾਰੀ ਸਕੂਲਾਂ ਵਿੱਚ ਭੇਜੀਆਂ ਗਈਆਂ ਕਿਤਾਬਾਂ ਨਾਲ ਜੁੜਿਆ ਹੈ, ਜਿਨ੍ਹਾਂ ਵਿੱਚ ਇਤਰਾਜ਼ਯੋਗ ਲਿਖਤਾਂ ਨੇ। ਇਹ ਪ੍ਰਕਾਸ਼ਕ ਰਾਤੋਂ ਰਾਤ ਪ੍ਰਕਾਸ਼ਨ ਦੇ ਕੰਮ ਵਿੱਚ ਆਇਆ ਤੇ ਨਾਲ ਹੀ ਸਰਕਾਰ ਵੱਲੋਂ ਇਹ ਵੱਡਾ ਕੰਮ ਮਿਲ ਗਿਆ। ਇਹ ਨਵਾਂ ਬਣਿਆ ਪ੍ਰਕਾਸ਼ਕ ਇਸ ਤੋਂ ਪਹਿਲਾਂ ਸੀਮੈਂਟ ਵਾਲੀਆਂ ਪਾਈਪਾਂ ਦਾ ਕਾਰੋਬਾਰ ਕਰਦਾ ਸੀ। ਤੀਜਾ ਮਸਲਾ ਵਿਗਿਆਨ ਦੇ ਵਿਸ਼ਿਆਂ ਦੀ ਪੜ੍ਹਾਈ ਨਾਲ ਜੁੜੇ ਸਾਜੋ ਸਮਾਨ ਦਾ ਹੈ। ਸਾਇੰਸ ਕਿੱਟਾਂ ਖਰੀਦਣ ਦਾ ਕੰਮ ਉਸੇ ਕਮੇਟੀ ਨੂੰ ਦਿੱਤਾ ਗਿਆ ਜੋ ਕਿਤਾਬਾਂ ਖਰੀਦਣ ਦੇ ਕੰਮ ਕਾਰਨ ਵਿਵਾਦਾਂ ਵਿੱਚ ਹੈ। ਖਬਰਾਂ ਮੁਤਾਬਕ ਇਹ ਕਮੇਟੀ ਸਿੱਖਿਆ ਮੰਤਰੀ ਵੱਲੋਂ ਸਾਰੇ ਕਾਇਦੇ ਕਾਨੂੰਨ ਨੂੰ ਨਜ਼ਰਅੰਦਾਜ਼ ਕਰਕੇ ਬਣਾਈ ਗਈ ਸੀ। ਇੱਕ ਅਖਬਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਇਨ੍ਹਾਂ ਘਪਲਿਆਂ ਵਿੱਚ 46 ਕਰੋੜ ਰੁਪਏ ਦੀ ਰਕਮ ਲੱਗੀ ਹੈ। ਇਸ ਮਾਹੌਲ ਵਿੱਚ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਇਸ ਵੇਲੇ ਗਰੀਬ ਤਬਕੇ ਦੇ ਵਿਦਿਆਰਥੀ ਪੜ੍ਹਦੇ ਨੇ। ਇੱਕ ਪਾਸੇ ਤਾਂ ਸਰਕਾਰ ਇਹਨਾਂ ਸਕੂਲਾਂ ਨੂੰ ਉਂਝ ਹੀ ਨਜ਼ਰਅੰਦਾਜ਼ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਪੜ੍ਹਾਈ ਦੇ ਮਿਆਰ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਇਸ ਗੱਲ ਦੀ ਜ਼ਿੰਮੇਵਾਰੀ ਤਾਂ ਸਰਕਾਰ ਸਿਰ ਹੀ ਪੈਂਦੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਨਿਆਇਕ ਜਾਂਚ ਦੇ ਹੁਕਮ ਦਿੱਤੇ ਨੇ, ਪਰ ਵਿਰੋਧੀ ਪਾਰਟੀ ਇਸ ਮਾਮਲੇ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਜੋ ਤੱਥ ਸਾਹਮਣੇ ਆਏ ਨੇ ਉਹਨਾਂ ਤੋਂ ਪੱਕਾ ਨਤੀਜਾ ਤਾਂ ਭਾਵੇਂ ਨਾ ਕੱਢਿਆ ਜਾ ਸਕੇ, ਪਰ ਇਹ ਤੱਥ ਕਿਸੇ ਖਾਸ ਦਿਸ਼ਾ ਵੱਲ ਇਸ਼ਾਰਾ ਜ਼ਰੂਰ ਕਰਦੇ ਨੇ। ਸਿੱਖਿਆ ਮੰਤਰੀ ਤੇ ਉਹਨਾਂ ਦਾ ਮਹਿਕਮਾ ਸਵਾਲਾਂ ਦੇ ਘੇਰੇ ਵਿੱਚ ਹੈ। ਮਨੁੱਖੀ ਵਿਕਾਸ ਦਾ ਅਹਿਮ ਹਿੱਸਾ ਮੰਨੀ ਜਾਂਦੀ ਸਿੱਖਿਆ ਦਾਅ ਉੱਤੇ ਲੱਗੀ ਹੋਈ ਹੈ। ਸਿੱਖਿਆ ਦੇ ਘੇਰੇ ਵਿੱਚੋਂ ਬਾਹਰ ਹੋ ਰਿਹਾ ਗਰੀਬ ਤਬਕਾ ਇਹਨਾਂ ਘਪਲਿਆਂ ਦੀ ਮਾਰ ਉੱਤੇ ਹੈ। ਇਹਨਾਂ ਸਾਰੇ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਡਾਕਟਰ ਪਿਆਰੇ ਲਾਲ ਗਰਗ, ਜੋ ਸਮਾਜਿਕ ਕਾਰਕੁਨ ਨੇ ਅਤੇ ਸਿੱਖਿਆ ਦੇ ਮਾਮਲੇ ਵਿੱਚ ਲਗਾਤਾਰ ਅਧਿਐਨ ਕਰਦੇ ਨੇ, ਗੁਰਬਚਨ ਸਿੰਘ ਬੱਬੇਹਾਲੀ, ਜੋ ਮੁੱਖ ਪਾਰਲੀਮੈਂਟਰੀ ਸੈਕਟਰੀ ਨੇ, ਜਸ਼ਪਾਲ, ਜੋ ਸਰਕਾਰੀ ਅਧਿਆਪਕ ਰਹੇ ਨੇ ਤੇ ਅਧਿਆਪਕ ਜਥੇਬੰਦੀਆਂ ਵਿੱਚ ਸਰਗਰਮ ਰਹੇ ਨੇ, ਹਰਦਿਆਲ ਸਿੰਘ, ਜੋ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਅਤੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਗਰਗ ਸਾਹਿਬ, ਮੈਂ ਤੁਹਾਤੋਂ ਪੁੱਛਣਾ ਚਾਹਾਂਗਾ ਕਿ ਇੱਕ ਪਾਸੇ ਤੇ ਜਿਹੜਾ ਮੁਫਤ ਤੇ ਲਾਜ਼ਮੀ ਸਿੱਖਿਆ ਲਾਗੂ ਕਰਨ ਵਾਲਾ ਕਾਨੂੰਨ ਹੈ, ਦੂਜੇ ਪਾਸੇ ਸਰਕਾਰੀ ਸਕੂਲ ਬੰਦ ਹੋ ਰਹੇ ਨੇ। ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜੇ ਸਰਕਾਰੀ ਸਕੂਲਾਂ 'ਚੋਂ ਜਿਹੜੇ ਵਿਦਿਆਰਥੀ ਨੇ ਉਹ ਜਿਹੜਾ ਵੀ ਸਰਦਾ ਪੁੱਜਦਾ ਹੈਗਾ ਉਹ ਬਾਹਰ ਜਾ ਰਿਹਾ, ਤੇ ਨਾਲ ਇਹ ਘਪਲੇ ਨੇ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਇਹ ਹੈ ਵੀ ਸਿੱਖਿਆ ਨੂੰ ਜੇ ਅਸੀਂ ਥੋੜ੍ਹੇ ਵੱਡੇ ਦ੍ਰਿਸ਼ ਤੋਂ ਦੇਖੀਏ ਤਾਂ ਅੱਜ ਸਰਕਾਰੀ ਸਕੂਲਾਂ ਦੀ ਜਿਹੜੀ ਸਿੱਖਿਆ ਹੈ ਉਹ ਸਿਰਫ ਜਿਹੜੇ ਸ਼ੈਡਿਊਲਡ ਕਾਸਟ ਨੇ ਤੇ ਜਾਂ ਬਹੁਤ ਹੀ ਗਰੀਬ ਲੋਕ ਨੇ ਉਹਨਾਂ ਦੇ ਪਾਸੇ ਰਹਿ ਗਈ ਹੈ। ਬਾਕੀ ਸਾਰੇ ਦੂਜੇ ਪਾਸੇ ਜਾ ਰਹੇ ਨੇ। ਜਿਵੇਂ ਤੁਸੀਂ ਕਿਹਾ, ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ 13 ਲੱਖ ਬੱਚਾ ਪੜ੍ਹਦਾ ਹੈ, ਜਿਸ ਚੋਂ 9 ਲੱਖ ਬੱਚਾ ਸ਼ੈਡਿਊਲਡ ਕਾਸਟਾਂ ਦਾ ਹੈ ਜੀ। ਸੋ ਉਹ ਸ਼ੈਡਿਊਲਡ ਕਾਸਟ ਵੀ ਉਹ ਸ਼ੈਡਿਊਲਡ ਕਾਸਟ ਨੇ ਜਿਨ੍ਹਾਂ ਦੇ ਕੋਲ ਕੋਈ ਪੈਸਾ ਨਹੀਂ, ਉਹ ਜਾ ਹੀ ਨਹੀਂ ਸਕਦੇ ਹੋਰ ਕਿਤੇ ਵਜੀਫਾ ਵਗੈਰਾ। ਇੱਕ ਪਾਸਾ ਇਹ ਹੈ। ਦੂਜਾ ਪਾਸਾ ਇਹ ਹੈ ਵੀ ਰਿਜ਼ਲਟ ਵੀ ਇਹਨਾਂ ਦੇ ਬੜੇ ਮਾੜੇ ਆ ਰਹੇ ਨੇ ਜੀ, ਤੇ ਬੜਾ ਲਗਾਤਾਰ ਪਿਛਲੇ 20 ਸਾਲ ਤੋਂ ਸਿੱਖਿਆ ਦਾ ਬਹੁਤ ਮਾੜਾ ਹਾਲ ਇਸ ਤਰੀਕੇ ਨਾਲ ਹੋਇਆ। ਹੁਣ ਭਾਵੇਂ ਸਾਡੇ ਸਾਹਮਣੇ ਇਹ ਆਈ ਜਾ ਰਿਹਾ ਵੀ ਕਿਉਂਕਿ ਕਿਤਾਬਾਂ ਦਾ ਜਿਹੜਾ ਸਵਾਲ ਹੈ, ਵੱਡਾ ਸਵਾਲ ਸਾਡੇ ਸਾਹਮਣੇ ਇਹਦੇ ਵਿੱਚ ਇਹ ਆਉਂਦਾ ਹੈ ਕਿ ਬੱਚਿਆਂ ਨੂੰ ਇੱਕ ਸੋਚ ਪੈਦਾ ਕਰਨੀ ਹੈ ਸਿੱਖਿਆ ਦੇ ਰਾਹੀਂ। ਉਹ ਜਿਹੜੀਆਂ ਕਿਤਾਬਾਂ ਦੇ ਬਾਰੇ ਕਿਸੇ ਨੇ ਬੜੇ ਵੱਡੇ ਆਥਰ ਨੇ ਲਿਖਿਆ ਹੈ, ਕਿਤਾਬਾਂ ਦੇ ਵਿੱਚ ਝਰਨੇ ਗੁਣ ਗਣਾਉਂਦੇ ਨੇ, ਕਿਤਾਬਾਂ ਦੇ ਵਿੱਚ ਤਾਂ ਮੋਰ ਵੀ ਪਹਿਲਾਂ ਪਾਉਂਦੇ ਨੇ। ਕਿੱਥੇ ਤਾਂ ਇਹ ਪਾਸੇ ਹੋਣੇ, ਕਿੱਥੇ ਸੁਰਫੇ ਦੀ ਲਾਟ ਵਰਗੀ
ਇਹ ਗੱਲ ਆਣੀ, ਇਹ ਆਪਣੇ ਆਪ 'ਚ ਹੀ ਬੱਚਿਆਂ ਦੀ ਜਿਹੜੀ ਮਾਨਸਿਕਤਾ ਹੈ, ਮੈਂ ਇਸ ਦੇ ਵਿੱਚ ਪੈਸਿਆਂ ਦੇ ਪਾਸੇ ਜਾਣ ਦੀ ਬਜਾਏ ਇਹ ਵੱਡੀ ਗੱਲ ਹੈ ਕਿ ਉਹਨਾਂ ਬੱਚਿਆਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਜਿਹੜੇ ਬੜੇ ਮਾਸੂਮ ਨੇ, ਜਿਨ੍ਹਾਂ ਨੂੰ ਕੁਝ ਨਹੀਂ ਪਤਾ, ਜਿਹੜੇ ਕਲੀਨ ਸਲੇਟ ਨੇ, ਉਹਦੇ ਉੱਤੇ ਗਲਤ ਇਬਾਰਤ ਲਿਖੀ ਜਾ ਰਹੀ ਹੈ। ਜੇ ਅਸੀਂ ਇਹ ਗਲਤ ਇਬਾਰਤ ਲਿਖਣੀ ਜਾਰੀ ਰੱਖੀ ਤਾਂ ਜਿਵੇਂ ਪਹਿਲਾਂ ਪੰਜਾਬ ਨੇ ਸੰਤਾਪ ਭੁਗਤਿਆ, ਇਹ ਦੁਬਾਰਾ ਇੱਕ ਨਵਾਂ ਸੰਤਾਪ ਆਏਗਾ, ਕਿਉਂਕਿ ਇਹ ਜਿਹੜੀ ਪੀੜ੍ਹੀ ਅੱਜ ਤੋਂ 10 ਸਾਲਾਂ ਨੂੰ 15 ਸਾਲਾਂ ਨੂੰ ਇਹੀ ਪੀੜ੍ਹੀ ਉੱਪਰ ਜਾਣੀ ਹੈ। ਬੱਬੇ ਹਾਲੀ ਜੀ, ਚਾਹੇ ਇਹ ਅਣਗਹਿਲੀ ਕਾਰਨ ਹੋਇਆ ਚਾਹੇ ਜਾਣਬੁੱਝ ਕੇ ਹੋਇਆ, ਇਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਤੁਸੀਂ ਕੀ ਕਹੋਗੇ? ਕੁਝ ਤਾਂ ਜ਼ਿੰਮੇਵਾਰੀ ਦੀ ਗੱਲ ਆ, ਜੇ ਇਹ ਧਿਆਨ 'ਚ ਕੋਈ ਗੱਲ ਆਈ ਆ ਤੇ ਉਹ ਰਿਟਾਇਰ ਜੱਜ ਸਾਹਿਬਾਨ ਨੂੰ CM ਸਾਹਿਬ ਨੇ ਇਨਕੁਆਇਰੀ ਜਿਹੜੀ ਮਾਰ ਕਰ ਦਿੱਤੀ ਹੈ ਜੀ। ਬਾਕੀ ਮੰਤਰੀ ਜਿਹੜੇ ਨੇ ਮਲੂਕਾ ਸਾਹਿਬ ਨੇ ਬੜਾ ਵਧੀਆ ਕੰਮ ਜਿਹੜਾ ਪਿਛਲੇ ਸਾਲ ਦੇ ਵਿੱਚ ਚਲਾਇਆ ਜੀ, ਤੇ ਜਿਹੜੇ ਵੀ ਛੋਟੀਆਂ ਕਮੇਟੀਆਂ ਬਣੀਆਂ ਨੇ ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੀ ਕੋਈ ਖਰੀਦੋ ਫਰੋਖਤ ਕਰਨੀ ਆ, ਕਿਤਾਬਾਂ ਲੈਣੀਆਂ, ਕਿਤਾਬਾਂ ਦੀ ਚੈੱਕ ਕਰਨਾ ਕੀ ਲਿਖਿਆ ਕੀ ਨਹੀਂ ਲਿਖਿਆ, ਪਰ ਜੇਕਰ ਇਹ ਅਣਗਹਿਲੀ ਜਾਪੀ ਆ ਤੇ ਉਹ ਮੁਲਾਜ਼ਮ ਸਸਪੈਂਡ ਵੀ ਕੀਤੇ ਨੇ, ਉੱਥੋਂ ਬਦਲੇ ਵੀ ਨੇ ਜੀ। ਜਿੱਥੋਂ ਤੱਕ ਇਹਨਾਂ ਨੇ ਕੀਤਾ, ਸਾਥੀ ਸਾਡੇ ਨੇ ਗੱਲ ਕੀਤੀ ਇਹਨਾਂ ਨੇ, ਭਾਈ ਸਾਹਿਬ ਨੇ, ਕਿ ਸਰਕਾਰੀ ਸਕੂਲਾਂ 'ਚ ਬੱਚੇ ਹਟ ਕੇ ਦੂਜਿਆਂ ਜਾ ਰਹੇ ਜੀ। ਨੇ। ਰਿਕਾਰਡ ਦੇ ਮੁਤਾਬਕ ਇਸ ਸਾਲ 'ਚ 50,000 ਬੱਚਾ ਜੀ ਪਹਿਲਾਂ ਨਾਲੋਂ ਸਰਕਾਰੀ ਸਕੂਲਾਂ 'ਚ ਵੱਧ ਦਾਖਲ ਹੋਇਆ। ਜੀ। ਉਂਝ ਇਹ ਜਿਹੜਾ ਬੰਦਾ ਲੋਕਾਂ ਨਾਲ ਹਟ ਕੇ ਵੱਖਰਾ ਕੰਮ ਕਰਦਾ ਜੀ। ਇਸੇ ਤਰ੍ਹਾਂ ਮਲੂਕਾ ਸਾਹਿਬ ਨੇ ਕੰਮ ਵਧੀਆ ਕੀਤੇ, ਵਿਰੋਧਤਾ ਹੋ ਗਈ। ਵਿਰੋਧਤਾ ਦੇ ਕਾਰਨ ਕਿਹੜੇ ਵਧੀਆ ਕੰਮ ਦੀ ਵਿਰੋਧਤਾ ਹੋਈ? ਜਿਹੜੇ ਵੀ ਕੰਮ ਕਰ ਰਹੇ ਨੇ, ਹਾਂਜੀ। ਜਿੱਦਾਂ ਹੁਣ ਯਕੀਨੀ ਹਾਜ਼ਰੀ ਬਣਾਈ ਜੀ। ਸਕੂਲਾਂ 'ਚ ਟੀਮਾਂ ਭੇਜੀਆਂ ਜੀ। ਵੀ ਟੀਚਰ ਜਿਹੜੇ ਉੱਥੇ ਹਾਜ਼ਰ ਹੋਣੇ ਚਾਹੀਦੇ ਨੇ। ਰਸਲਾਈ ਦੇ ਵਿੱਚ ਜਿਹੜੇ ਜਿੱਥੇ ਬੱਚੇ ਘੱਟ ਸੀ ਜੀ, ਉੱਥੋਂ ਟੀਚਰ ਬਦਲ ਕੇ ਜਿੱਥੇ ਬੱਚੇ ਪੂਰੇ ਨੇ ਉੱਥੇ ਭੇਜੇ। ਜੀ। ਉਹ ਡਿਸਟਰਬੈਂਸ ਦੇ ਨਾਲ ਦੇਖੋ ਮਹਿਕਮੇ ਜੀ, ਜਿਹੜੀ ਤਾਂ ਹੈਗੀ ਪ੍ਰਾਪਤੀ ਵਾਲੀ ਗੱਲ, ਹਾਂਜੀ ਹਾਂਜੀ ਜਿਹੜੀ ਤੁਸੀਂ ਆਪਣੇ ਸ਼ਬਦਾਂ 'ਚ ਦੱਸ ਰਹੇ ਹਾਂ, ਹੋ, ਹਾਂ, ਹਾਂ। ਉਹਦੀ ਤਾਂ ਜਿਹੜੀ ਸਾਰੀ ਦੀ ਸਾਰੀ ਕਾਮਯਾਬੀ ਤੁਸੀਂ ਕਹਿੰਦੇ ਹੋ ਕਿ ਵੀ ਇਹ ਤਾਂ ਸਾਡੇ ਮੰਤਰੀ ਦੀ ਹੈ। ਹਾਂਜੀ ਹਾਂਜੀ ਜਿੱਥੇ ਹੈਗੀ ਨਾ ਕਾਮਯਾਬੀ ਵਾਲੀ ਗੱਲ, ਉੱਥੇ ਤੁਸੀਂ ਉਹਨੂੰ ਮੁਲਾਜ਼ਮ ਤੇ ਸਿੱਟ ਨਾ ਕਾਮਯਾਬੀ ਨਹੀਂ ਗੱਲ, ਮੈਂ ਕਿਹਾ ਵੀ ਜਦੋਂ ਕੰਮ ਆ ਕਰਨਾ ਬਿਲਕੁਲ ਜਿਹੜੀ ਸਾਹਮਣੇ ਆ ਗਈ ਇਹ ਤਿੰਨ ਚੀਜ਼ਾਂ, ਉਹਦੀ ਵਿਰੋਧਤਾ ਹੋ ਜਾਂਦੀ ਹੈ। ਉਹਦੇ ਵਿੱਚ ਹੁਣ ਉਛਾਲਿਆ ਜਾ ਰਿਹਾ ਪੋਲੀਟੀਕਲ ਤੌਰ ਤੇ, ਜੀ। ਕਾਂਗਰਸੀ ਧਰਨਾ ਦੇਈ ਜਾਂਦੇ ਨੇ ਜੀ। ਉਹਨਾਂ ਨੂੰ ਪੋਲੀਟੀਕਲ ਇਸ਼ੂ ਬਣ ਗਿਆ, ਉਹਨਾਂ ਨੂੰ ਤਾਂ ਚਾਹੀਦਾ ਹੈ ਵੀ ਕੋਈ ਨਾ ਕੋਈ ਇਸ਼ੂ ਬਣਾਉਣਾ। ਠੀਕ ਹੈ, ਤੁਹਾਡੀ ਗੱਲ ਸਪਸ਼ਟ ਹੋ ਗਈ। ਜਸ਼ਪਾਲ ਜੀ, ਤੁਸੀਂ ਕੀ ਕਹੋਗੇ? ਅੱਛਾ, ਦੇਖੋ ਜਿਹੜਾ ਗਰਗ ਸਾਹਿਬ ਨੇ ਕਿਹਾ ਹੈ ਵੀ ਕਿਤਾਬਾਂ ਕਿਸ ਕਿਸਮ ਦੀਆਂ ਆਈਆਂ, ਉਹਦੇ 'ਚ ਸਮੱਗਰੀ ਕਿਸ ਤਰ੍ਹਾਂ ਦੀ ਸੀ ਜਿਹੜੀ ਬੱਚਿਆਂ ਵਾਸਤੇ ਮਤਲਬ ਬੱਚਿਆਂ ਦੇ ਪੱਧਰ ਨੂੰ ਦੇਖ ਕੇ ਨਹੀਂ ਕੀਤੀ ਗਈ, ਜਾਂ ਉਹਦੇ 'ਚ ਇਹੋ ਜਿਹੀ ਸਮੱਗਰੀ ਸੀ ਜਿਹੜੀ ਉਹਨਾਂ ਬੱਚਿਆਂ ਦੇ ਪੜ੍ਹਨ ਦੇ ਯੋਗ ਨਹੀਂ ਸੀ, ਜਾਂ ਜਿਹੜੀ ਅਸੀਂ ਉਹਨੂੰ ਅਸ਼ਲੀਲ ਜਾਂ ਕੋਈ ਇਸ ਤਰ੍ਹਾਂ ਕਿਹਾ ਹੈ। ਇਹ ਮੈਂ ਸਮਝਦਾ ਵੀ ਇਹ ਗੱਲ ਜਿਹੜੀ ਹੈਗੀ ਹੈ ਇਹ ਸੈਕੰਡਰੀ ਸਵਾਲ ਹੈ ਜੀ। ਸਵਾਲ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਸਾਰਾ ਪ੍ਰੋਸੈਸ ਚੱਲਿਆ, ਜਿਸ ਤਰ੍ਹਾਂ ਮਤਲਬ ਜਿਹੜੇ ਰੂਲ ਬਣੇ ਹੋਏ ਨੇ, ਜਿੱਥੋਂ ਫੰਡ ਆਇਆ ਇਹ ਕਿਤਾਬਾਂ ਦਾ, ਲੈਬ ਦੀਆਂ ਕਿਟਾਂ ਦਾ, ਜੋ ਵੀ ਕੁਝ ਖਰੀਦੋ ਫਰੋਖਤ ਤੇ 3-4 ਕਿਸਮਾਂ ਦੀ ਹੋਈ ਹੈ, ਉਹ ਜਿਸ ਕੈਟਾਗਰੀ 'ਚ ਫੰਡ ਹੈ, ਸਰਵ ਸਿੱਖਿਆ ਅਭਿਆਨ ਦੇ ਫੰਡ ਹੈ, ਉਹਦੇ ਰੂਲਸ ਬਣੇ ਹੋਏ ਨੇ ਕਿ ਕਿਸ ਤਰ੍ਹਾਂ ਖਰੀਦੋ ਫਰੋਖਤ ਹੋਣੀ ਹੈ, ਉਹ ਕਿਸ ਤਰ੍ਹਾਂ ਵਰਤਿਆ ਜਾਣਾ ਹੈ। ਉਹ ਜਦੋਂ ਉਹ ਸਾਰਾ ਪ੍ਰੋਸੈਸ ਜਿਹੜੀ ਪ੍ਰਕਿਰਿਆ ਜਿਹੜੀ ਹੈ ਉਹ ਵਾਇਲੇਟ ਕਰਕੇ, ਉਹਨੂੰ ਉਲੰਘਣਾ ਕਰਕੇ, ਤੁਸੀਂ ਬਾਈਪਾਸ ਕਰਕੇ ਮਤਲਬ ਕੋਈ ਮੰਤਰੀ ਜਾਂ ਕੋਈ ਕਿਸੇ ਲੈਵਲ ਦਾ ਵੀ ਕੋਈ ਅਧਿਕਾਰੀ ਜਿਹੜਾ ਹੈਗਾ ਉਹ ਇੱਕ ਆਪਣੇ ਤੌਰ ਤੇ ਪੈਰਲ ਜਿਹੜੀ ਹੈ ਕਮੇਟੀ ਬਣਾ ਕੇ ਕੋਈ ਇਸ ਤਰ੍ਹਾਂ ਦਾ ਕਰਦਾ ਹੈ, ਤਾਂ ਕੁਐਸਚਨ ਉੱਥੇ ਪਹਿਲਾਂ ਖੜਾ ਹੁੰਦਾ ਹੈ ਕਿ ਉੱਥੇ ਇਸ ਗੱਲ ਦੀ ਲੋੜ ਕਿਉਂ ਪਈ। ਜਿਸ ਅਧਿਕਾਰੀ ਕੋਲੇ ਪਾਵਰ ਹੈ, ਜੇ ਸਰਵ ਸਿੱਖਿਆ ਦਾ ਅਥਾਰਟੀ ਜਿਹੜੀ ਹੈ ਉਹ ਉੱਥੋਂ ਦੇ ਡਾਇਰੈਕਟਰ ਜਨਰਲ ਦੇ ਕੋਲੇ ਹੈ, ਤਾਂ ਉਹ ਖਰੀਦੋ ਫਰੋਖਤ ਜਿਹੜੀ ਆ ਉਹਨਾਂ ਨੇ ਇੱਕ ਵੱਖਰੀ ਚਿੱਠੀ ਜਾਰੀ, ਉਹ ਉਹਨਾਂ ਦੇ ਮੁਤਾਬਕ ਹੈ ਵੀ ਉਹ ਚਿੱਠੀ ਜਿਹੜੀ ਆ ਵੀ ਥੱਲੇ ਇਹ ਲੈਂਗੁਏਜ ਡਿਪਾਰਟਮੈਂਟ ਜਿਹੜਾ ਆਥੋਰਾਈਜ਼ ਹੈ, ਲੈਂਗੁਏਜ ਡਿਪਾਰਟਮੈਂਟ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ। ਕਿਤਾਬ ਕਿਹੜੀ ਖਰੀਦਣੀ ਹੈ, ਇਹ ਕਹਾਂ ਸਿਲੈਕਟ ਕਰਨੀ ਹੈ, ਕਿਸ ਤਰ੍ਹਾਂ ਕਰਨੀ ਵੱਖਰੀ ਹੈ, ਪਰ ਉਹਦਾ ਵੀ ਕਿੰਨੀ ਉਹਦੀ ਕੀਮਤ ਆ, ਕਿਸ ਤਰ੍ਹਾਂ, ਇਹਦੇ ਤੇ ਕਿੰਤੂ ਨਹੀਂ ਕੀਤੀ। ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਵੀ ਤੁਸੀਂ ਉਹਦੇ ਮੁਤਾਬਕ ਥੱਲੇ ਜਿਹੜੀਆਂ ਮੈਨੇਜਿੰਗ ਕਮੇਟੀਆਂ ਬਣੀਆਂ ਹੋਈਆਂ ਰਾਈਟ ਟੂ ਐਜੂਕੇਸ਼ਨ ਐਕਟ ਦੇ ਮੁਤਾਬਕ ਉਹਨਾਂ ਨੇ ਕਿਤਾਬਾਂ ਖਰੀਦਣੀਆਂ, ਸਿਲੈਕਟ ਉਹਨਾਂ ਨੇ ਕਰਨੀਆਂ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵੀ ਜਿਹੜਾ ਵਿਸ਼ਾ ਜੋ ਉਹਦੇ ਵਿੱਚ ਗਿਆ, ਜਿਹੜੀ ਸਮੱਗਰੀ ਤੇ ਇਤਰਾਜ਼ ਆ ਉਹ ਆਪਣੀ ਥਾਂ ਹੈ, ਇਤਰਾਜ਼ ਉਹ ਤੋਂ ਪਹਿਲਾਂ ਵੀ ਹੋਣਾ ਚਾਹੀਦਾ। ਸਗੋਂ ਇਹ ਹੈ ਵੀ ਐਕਚੁਅਲੀ ਜਿਹੜੀ ਗੱਲ ਬਾਈਪਾਸ ਹੋਈ ਹੈ, ਜਿਹਦੇ ਵਿੱਚ ਬਿਲਕੁਲ ਕਰਪਸ਼ਨ ਜਿਹੜੀ ਹੈਗੀ ਹੈ ਉਹ ਦਿਸਦੀ ਹੈ। ਜਿਸ ਤਰ੍ਹਾਂ ਦੀ ਜਿਹੜੀ ਫਰਮ ਦਾ ਸਾਹਮਣੇ ਆਇਆ ਹੈ ਕਿ ਫਰਮ ਰਾਤੋਂ ਰਾਤ ਫਰਮ ਪੈਦਾ ਹੁੰਦੀ ਹੈ, ਰਾਤੋਂ ਰਾਤ ਉਹਨਾਂ ਨੂੰ ਆਰਡਰ ਦਿੱਤੇ ਜਾਂਦੇ ਹੈ, ਰਾਤੋਂ ਰਾਤ ਸਾਰਾ ਕੁਝ ਹੁੰਦਾ ਹੈ। ਇਹ ਗੱਲ ਜਿਹੜੀ ਹੈ ਵੀ ਇਹ ਸਗੋਂ ਇਸ ਗੱਲ ਨੂੰ ਡਾਇਵਰਸ਼ਨ ਦਿੱਤੀ ਜਾ ਰਹੀ ਹੈ ਕਿ ਸਮੱਗਰੀ ਜਿਹੜੀ ਹੈ ਉਹ ਕਿਤਾਬਾਂ ਜਿਹੜੀਆਂ ਹੈਗੀਆਂ, ਇਹਦਾ ਮਤਲਬ ਕਿ ਜਿਨ੍ਹਾਂ ਨੇ ਕਮੇਟੀ ਨਹੀਂ ਖਰੀਦੀ ਹੈ ਵੀ ਉਹਨਾਂ ਨੇ ਇਹ ਗੱਲ ਜਿਹੜੀ ਆ ਉਹਨਾਂ ਨੇ ਦੇਖਿਆ ਨਹੀਂ, ਜਾਂ ਕਿਸੇ ਦੀ ਹੋਰ ਡਿਊਟੀ ਵੀ ਲਾਈ ਉਹਨਾਂ ਨੇ ਦੇਖਿਆ, ਇਸ ਕਰਕੇ ਵੀ ਉਹ ਕਿਤਾਬਾਂ ਅਸੀਂ ਵਾਪਸ ਲੈ ਲੈਂਦੇ ਹਾਂ, ਇੰਨੀ ਕੁ ਗੱਲ ਹੈ। ਇਹ ਇੱਕ ਸੈਕੰਡਰੀ ਪੁਆਇੰਟ ਨੂੰ ਸਗੋਂ ਉਹ ਸਾਰੇ ਮਸਲੇ ਨੂੰ ਜਿਹਦੇ ਵਿੱਚ ਸਾਰੀ ਗ੍ਰਾਂਟ ਜਿਹੜੀ ਕਿੰਨੀ ਗ੍ਰਾਂਟ ਹੈ ਉਹਦੇ ਤੁਸੀਂ ਸਾਰਾ ਕੁਝ ਆਇਆ, ਜਿਹੜਾ 10 ਰੁਪਏ ਦਾ ਮਤਲਬ ਜਿਹੜਾ ਹੈਗਾ ਮੈਪ ਉਹ 35 ਰੁਪਏ ਦੀ ਉਹਦੀ ਕੀਮਤ ਹੈਗੀ ਹੈ, ਜਿਹੜੀ 36000 ਦੀ ਕਿੱਟ ਹੈ ਉਹ 99,000 ਦੀ ਜਿਹੜੀ ਉਹ ਖਰੀਦੀ ਜਾ ਰਹੀ ਹੈ, ਤੇ ਜਿਹੜਾ ਮਤਲਬ ਕਿਤਾਬਾਂ ਦਾ ਜਿਹੜਾ ਇਹ ਹੈ ਇਹ ਸਾਰਾ ਇਹ ਮਤਲਬ ਸਾਰਾ ਪ੍ਰੋਸੈਸ ਸਿਰਫ ਕੀ ਹੈ, ਉਹ ਤਾਂ ਸਿਰਫ ਉਸ ਗੱਲ ਨਾਲ ਬਾਹਰ ਆ ਗਈ ਗੱਲ
ਜਿਹਦੇ 'ਚ ਇਹ ਸੀ ਵੀ ਸਮੱਗਰੀ ਜਿਹੜੀ ਆ ਕੁਝ ਗੱਲਾਂ ਨੋਟਿਸ ਆ ਗਈਆਂ ਵੀ ਇਸ ਤਰ੍ਹਾਂ ਦੀਆਂ ਕਵਿਤਾਵਾਂ ਜਾਂ ਇਹੋ ਜਿਹਾ ਮਸਲਾ, ਤੁਹਾਡੀ ਉਹ ਬਾਹਰ ਆ ਗਈ ਗੱਲ ਜਿਹੜੀ ਅਸਲ ਉਹ ਹੈ ਉਹਦੇ ਤੇ ਹਰਦਿਆਲ ਜੀ ਤੁਸੀਂ ਕੀ ਕਹਾਂਗੇ ਇਸ ਮਸਲੇ ਤੇ? ਦੇਖੋ ਜੀ, ਕਿਸੇ ਦੇਸ਼ ਦੀ ਉન્નਤੀ ਲਈ ਉੱਥੋਂ ਦੀ ਵਿੱਦਿਆ, ਸਿੱਖਿਆ ਤੇ ਸਿਹਤ ਇਹ ਬਹੁਤ ਜ਼ਰੂਰੀ ਚੀਜ਼ਾਂ। ਸਾਡੇ ਦੇਸ਼ ਵਿੱਚ ਬੜੇ ਅਨਫੋਰਚੂਨੇਟਲੀ ਕਹਿਣਾ ਪੈਂਦਾ ਕਿ ਪ੍ਰਾਇਮਰੀ ਸਕੂਲ ਆਲਰੇਡੀ ਇਗਨੋਰਡ ਨੇ। ਜਿਵੇਂ ਗਰਗ ਸਾਹਿਬ ਨੇ ਵੀ ਦੱਸਿਆ, ਬਹੁਤ ਸਾਰੇ ਸਕੂਲ ਬੰਦ ਹੋ ਰਹੇ ਨੇ। ਬੱਬੇ ਹਾਲੀ ਸਾਹਿਬ ਕਹਿੰਦੇ ਨੇ ਕਿ ਵੱਧ ਰਹੇ ਨੇ ਮੁੰਡੇ, ਪਰ ਬਹੁਤ ਸਾਰੇ ਸਕੂਲ, ਮਲੂਕਾ ਸਾਹਿਬ ਨੇ ਕਿਹਾ ਕਿ 100 ਤੋਂ 150 ਸਕੂਲ ਬੰਦ ਕਰ ਰਹੇ ਹਨ ਸਰਕਾਰੀ ਸਕੂਲਾਂ ਦੇ ਵਿੱਚ। ਕਈ ਸਕੂਲਾਂ 'ਚ 25-30 ਬੱਚੇ ਨੇ ਸਾਰੇ। ਉਹ ਤਾਂ ਜ਼ਿਆਦਾ ਬੰਦ ਕਰ ਰਹੇ ਸੀਗੇ, ਪਰ ਬੱਬੇ ਹਾਲੀ ਜੀ ਦੇ ਮੁਤਾਬਕ ਜਦੋਂ ਕਾਂਗਰਸ ਵਾਲਿਆਂ ਨੇ ਤੇ ਹੋਰ ਲੋਕਾਂ ਨੇ ਉਹਦੇ ਤੇ ਪ੍ਰੋਟੈਸਟ ਕੀਤਾ ਤਾਂ ਕਿਉਂਕਿ ਸਕੂਲਾਂ 'ਚ ਬੱਚੇ ਨਹੀਂ ਜਾ ਰਹੇ। ਰੀਜ਼ਨ ਹੈ ਕਿ ਉੱਥੇ ਸਟੈਂਡਰਡ ਦੀ ਪੜ੍ਹਾਈ ਨਹੀਂ, ਇਨਫਰਾਸਟ੍ਰਕਚਰ ਨਹੀਂ ਸਕੂਲਾਂ ਦੇ ਵਿੱਚ, ਉੱਥੇ ਸਟਾਫ ਪੂਰਾ ਨਹੀਂ, ਉਹਨਾਂ ਕੋਲ ਫੰਡ ਪੂਰੇ ਨਹੀਂ। ਮੈਂ ਬੜਾ ਹੈਰਾਨ ਹੈ ਜਦੋਂ ਇਹਨਾਂ ਲਾਇਬ੍ਰੇਰੀ ਪ੍ਰਾਇਮਰੀ ਸਕੂਲਾਂ ਵਾਸਤੇ ਦਿੱਤਾ, ਬੜਾ ਅੱਛਾ ਆਈਡੀਆ ਸੀ, ਇਟ ਇਜ਼ ਗੁੱਡ ਆਈਡੀਆ। ਪਰ ਨਾਲ ਹੀ ਨਾਲ ਮੈਂ ਪੰਜਾਬ ਦੇ ਤਕਰੀਬਨ 250 ਸਕੂਲ ਵਿਜ਼ਿਟ ਕਰ ਚੁੱਕਿਆ। ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬਹਿਣ ਵਾਸਤੇ ਕਮਰੇ ਹੈ ਨਹੀਂ। ਮੈਂ ਕਹਿੰਦਾ ਸੀਨੀਅਰ ਸੈਕੰਡਰੀ ਹਾਈ ਸਕੂਲਾਂ ਦੇ ਵਿੱਚ ਬਹੁਤ ਸਾਰੇ ਬੱਚੇ ਥੱਲੇ ਬੈਠਦੇ ਨੇ, ਉਹਨਾਂ ਕੋਲ ਸਿਰ ਲੁਕਾਉਣ ਵਾਸਤੇ ਵੀ ਜਗ੍ਹਾ ਹੈ ਨਹੀਂ। ਅਤੇ ਲਾਇਬ੍ਰੇਰੀਆਂ ਕਿਤਾਬਾਂ ਸਿਰਫ ਉਹ ਡੰਪ ਕਰਕੇ ਰੱਖਣਗੇ। ਪ੍ਰਾਇਮਰੀ ਸਕੂਲਾਂ ਸ਼ਾਇਦ ਕੋਈ ਅਲਮਾਰੀ ਵੀ ਨਾ ਹੋਵੇ ਜਿੱਥੇ ਉਹ ਰੱਖੀਆਂ ਜਾਣ। ਔਰ ਫਿਰ ਜਦੋਂ ਇਹਨਾਂ ਨੇ ਬਣਾਈਆਂ ਕਿਤਾਬਾਂ, ਮੈਂ ਅਮਰੀਕਾ 'ਚ, ਲੰਡਨ ਔਰ ਕੈਨੇਡਾ ਦੇ ਵੀ ਬਹੁਤ ਸਾਰੇ ਸਕੂਲ ਵਿਜ਼ਿਟ ਕੀਤੇ, ਅਤੇ ਉਹਨਾਂ ਦੀਆਂ ਕਿਤਾਬਾਂ ਬੜੀਆਂ ਰੌਚਕ, ਏਜ ਦੇ ਹਿਸਾਬ ਨਾਲ ਮਨੋਵਿਗਿਆਨੀਆਂ ਨੇ ਚੁਣ ਕੇ ਬਣਾਈਆਂ ਔਰ ਵਿਸ਼ੇ ਮਾਹਿਰਾਂ ਨੇ ਬਣਾਈਆਂ। ਬੜੇ ਬੜੇ ਲਾਇਕ ਬੰਦਿਆਂ ਨੇ ਛੋਟੀਆਂ ਕਿਤਾਬਾਂ ਲਿਖੀਆਂ। ਲੇਕਿਨ ਮੈਂ ਬੜਾ ਹੈਰਾਨ ਹੈ ਕਿ ਜਦੋਂ ਅਸੀਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਹਿ ਦਿੰਦੇ ਹਾਂ ਰਨ ਨਹਾ ਕੇ ਛੱਪੜ 'ਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ, ਕੀ ਇੰਪ੍ਰੈਸ਼ਨ ਹੋਏਗਾ? ਰਨ ਕਿੰਨਾ ਆਊਟ ਵਰਡ ਜਿਹੜਾ ਅਸੀਂ ਵਰਤਨੇ। ਬੱਬੇ ਹਾਲੀ ਜੀ, ਜਿਹੜੇ ਦੋ ਮਸਲੇ ਨੇ, ਇੱਕ ਤਾਂ ਇਹ ਹੈ ਕਿ ਵੀ ਇਹ ਜੋ ਸਮੱਗਰੀ ਸਕੂਲਾਂ ਦੇ ਵਿੱਚ ਵੰਡੀ ਗਈ ਉਹਦਾ ਸਮਾਜਿਕ ਪੱਖ ਕਿਸ ਕਿਸਮ ਦਾ ਅਸਰ ਹੋਏਗਾ। ਦੂਜਾ ਜਿਹੜਾ ਜਸ਼ਪਾਲ ਹੋਣਾ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਕਿ ਜਿਹੜੀ ਸਟਰਕਚਰਲ ਲੈਵਲ ਦੇ ਉੱਤੇ ਕਰਪਸ਼ਨ ਹੈ, ਕਿ ਵੀ ਉੱਪਰਲੇ ਪੱਧਰ ਤੋਂ ਹੇਠਲੇ ਪੱਧਰ ਤੱਕ ਹੈ, ਉਹ ਸਿਰਫ ਉੱਥੋਂ ਉਜਾਗਰ ਸ਼ੁਰੂ ਹੋਣੀ ਹੋਈ ਤੇ ਪਿਛਲੇ ਪਾਸੇ ਨੂੰ ਗੱਲ ਖੋਈ। ਦੋ ਮਸਲੇ ਜਿਹੜੇ ਬਿਲਕੁਲ ਪ੍ਰਾਈਮਾ ਫੇਸੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਵੀ ਸਾਹਮਣੇ ਦਿਖਾਈ ਦਿੰਦੇ ਨੇ। ਇੱਕ ਇਹ ਹੈ ਕਿ ਵੀ ਜਿਹੜਾ ਬੰਦਾ ਪ੍ਰਕਾਸ਼ਕ ਦੇ ਤੌਰ ਤੇ ਕੰਮ ਨਹੀਂ ਕਰਦਾ, ਉਹ ਰਾਤੋਂ ਰਾਤ ਪ੍ਰਕਾਸ਼ਕ ਬਣਦਾ ਤੇ ਅਗਲੇ ਦਿਨ ਸਰਕਾਰ ਨੂੰ ਐਡਾ ਵੱਡਾ ਆਰਡਰ ਦੇ ਦਿੰਦੀ ਹੈ ਜਿਹੜਾ ਹੋਰ ਕੋਈ ਕੰਮ ਕਰ ਰਿਹਾ। ਦੂਜੇ ਪਾਸੇ ਇਹ ਹੈ ਕਿ ਵੀ ਜੋ ਸਮਾਨ ਸਸਤਾ ਅਵੇਲੇਬਲ ਹੈ ਮਾਰਕੀਟ ਦੇ ਵਿੱਚ ਤੇ ਉਹ ਕਿੰਨੇ ਰੇਟ ਤੇ ਦੇ ਰਿਹਾ, ਇਹਦੇ ਵਿੱਚ ਤਾਂ ਕੋਈ ਬਹੁਤ ਵੱਡੀ ਜਾਂਚ ਜਾਂ ਮਤਲਬ ਕੋਈ ਮਾਹਰ ਹੋਣ ਦੀ ਲੋੜ ਨਹੀਂ ਹੈ। ਤਾਂ ਪੁਰਾਣੇ ਤੇ ਖਰੀਦਿਆ ਹੀ ਨਹੀਂ ਗਿਆ। ਉਹ ਤੇ 5-7 ਲੱਖ ਦਾ ਸਮਾਨ ਜਿਹੜਾ ਖਰੀਦਿਆ ਕਿਸੇ ਕਮੇਟੀ ਨੇ ਜਾਂ ਕਿਸੇ ਸਕੂਲ ਨੇ, ਬਾਕੀ ਤਾਂ ਹਲੇ ਕੋਈ ਗੱਲ ਹੋਈ ਨਹੀਂ। ਇਸੇ ਕਰਕੇ ਫੈਸਲਾ ਤਾਂ ਹੋਇਆ ਨਾ, ਇਸੇ ਕਰਕੇ ਇਨਕੁਆਇਰੀ ਮਾਰਕ ਕਰ ਦਿੱਤੀ ਕਿ ਜਦੋਂ ਕਿਸੇ ਦੋਸ਼ ਲਾਏ ਜਾਂਦੇ ਨੇ ਉਹ ਬੰਦਾ ਜਾਂ ਲੀਡਰ ਜਾਂ ਮੰਤਰੀ ਦੋਸ਼ੀ ਨਹੀਂ ਮੰਨਿਆ ਜਾਂਦਾ। ਜਿੰਨਾ ਦੋਸ਼ ਲਾਉਣੇ ਤਾਂ ਸੌਖੇ ਨੇ, ਜਿਹੜੀ ਇਨਕੁਆਇਰੀ ਦੇ ਵਿੱਚ ਰਿਪੋਰਟ ਆਏਗੀ ਉਹਦੇ ਮੁਤਾਬਕ ਗੱਲ ਸਾਰੀ ਹੋਏਗੀ। ਜਿਸ ਕਿਸਮ ਦਾ ਇਹ ਮਾਮਲਾ ਹੈ ਮਲੂਕਾ ਜੀ ਦਾ, ਬਿਲਕੁਲ ਇਸੇ ਕਿਸਮ ਦਾ ਮਾਮਲਾ ਹੈਗਾ ਪਵਨ ਬਾਂਸਲ ਹੋਣਾ ਦਾ, ਤਕਰੀਬਨ ਇੱਕੋ ਜਿਹਾ ਮਾਮਲਾ। ਤੁਸੀਂ ਕੀ ਕਹੋਗੇ? ਨਹੀਂ, ਉਹ ਤੇ ਵੱਖਰਾ ਨਾ, ਉਹਦੇ ਭਾਣਜਾ ਪੈਸੇ ਲੈਂਦਾ 90 ਕਰੋੜ ਰੁਪਇਆ ਫੜਿਆ ਗਿਆ, ਬੰਦੇ ਗਵਾਹ ਸਾਬਤ ਹੋ ਗਏ, ਸਾਰੀ ਗੱਲ ਸਾਹਮਣੇ ਆ ਗਈ। ਇੱਥੇ ਭਾਣਜਾ ਜਾਂ ਭਤੀਜਾ, ਇੱਥੇ ਬਿਲਕੁਲ ਬਿਲਕੁਲ ਉਸੇ ਕਿਸਮ ਦੀ ਹੈ ਨਾ, ਭਾਣਜਾ ਜਾਂ ਭਤੀਜਾ ਉਹ ਭਾਵੇਂ ਨਾ ਹੋਵੇ ਪਰ ਉਹਨੂੰ ਆਰਡਰ ਤਾਂ ਦਿੱਤੇ ਗਏ ਨੇ ਨਾ। ਬਿਲਕੁਲ ਸਾਡੇ ਜੋ ਜੇ ਦਿੱਤੇ ਹੋਣਗੇ ਗੱਲ ਤਾਂ ਫਿਰ ਉਹ ਕੈਂਸਲ ਹੋ ਗਏ। ਇਨਕੁਆਇਰੀ ਦੇ ਵਿੱਚ ਜੇ ਰਿਪੋਰਟ ਆਈ ਕੈਂਸਲ ਹੋ ਜਾਣਗੇ, ਉਹ ਤੇ ਕੋਈ ਗੱਲ ਨਹੀਂ। ਵੀ ਆਰਡਰ ਵੀ, ਕਿਤਾਬਾਂ ਪਹੁੰਚ ਵੀ ਗਈਆਂ, ਚੈੱਕ ਵੀ ਉਹਨਾਂ ਨੇ ਉਹਨਾਂ ਦੇ ਨਾਂ ਤੇ ਬਕਾਇਦਾ, ਉਹਨਾਂ ਨੇ ਆਪਦੀ ਫਰਮ ਦੇ ਨਾਂ ਤੇ ਚਿੱਠੀਆਂ ਦਿਖਾ ਕੇ ਚੈੱਕ ਵੀ ਉਹਨਾਂ ਨੂੰ ਇਸ਼ੂ ਹੋ ਗਏ। ਕਿੰਨੇ ਪਹੁੰਚਿਆ? ਕਿਉਂਕਿ ਇਹ ਤਾਂ ਇੱਕ ਗੱਲ ਦਾ ਡਿਸਰਪਟ ਹੋ ਗਏ ਉਹ ਵਿਚਾਲੇ। ਜਿਹੜੀਆਂ ਤੁਹਾਡੀਆਂ ਸਾਇੰਸ ਕਿਟਾਂ ਉਹਦੀ ਅਜੇ ਗ੍ਰਾਂਟ ਹੀ ਨਹੀਂ ਆਈ। ਉਹ 7.5 ਕਰੋੜ ਦੀ ਗ੍ਰਾਂਟ ਅਜੇ ਆਈ ਹੋਈ ਨਹੀਂ, ਮਤਲਬ ਉਹ ਥੱਲੇ ਆਰਡਰ ਹੋ ਕੇ ਉਹ ਕਿਟਾਂ ਵੀ ਪਹੁੰਚੀਆਂ ਹੋਈਆਂ, ਸਕੂਲਾਂ ਨੂੰ ਚਿੱਠੀਆਂ ਗਈਆਂ ਹੋਈਆਂ। ਅੱਜ ਤੁਸੀਂ ਸਾਰੀ ਸਕੂਲ ਇਹ ਵੀ ਰੌਲਾ ਪਾ ਰਹੇ ਨੇ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ, ਪੈਸੇ ਵੀ ਹੈ ਨਹੀਂ। ਸਕੂਲਾਂ 'ਚ ਚਿੱਠੀਆਂ ਬਕਾਇਦਾ ਡੀਓ, ਉਹਨਾਂ ਨੇ ਡੀਓ ਨੇ ਗਾਹਾਂ ਚਿੱਠੀਆਂ ਪਹੁੰਚੀਆਂ ਵੀ ਇਸ ਸਕੂਲ 'ਚ ਪਈਆਂ ਕਿਟਾਂ, ਇੱਥੋਂ ਲੈ ਜਾਓ। ਉਹ ਸਾਰਾ ਕੁਝ ਆਇਆ ਹੋਇਆ। ਹੁਣ ਉਹੀ ਫਰਮਾਂ ਉਹ ਸਾਰੀਆਂ ਕਿਟਾਂ ਵਾਪਸ ਚੁਕਾ ਰਹੇ ਨੇ, ਉਹਦੀ ਗ੍ਰਾਂਟ ਅਜੇ ਪਹੁੰਚੀ ਨਹੀਂ ਸੀਗੀ। ਤਾਂ ਇਹ ਸਾਰਾ ਕੁਝ ਮਤਲਬ ਇਹ ਕਿਸ ਤਰ੍ਹਾਂ ਮਤਲਬ ਜੀ ਟਰਾਂਸਪੇਰੈਂਸੀ ਜਾਂ ਕੀ ਹੈ ਵੀ ਹੈ ਕੀ ਹੈ, ਕਿਸ ਤਰ੍ਹਾਂ ਮਤਲਬ ਜੇ ਨਾ ਪਤਾ ਲੱਗਦਾ ਤੇ ਉਹ ਜੇ ਆਹ ਗੱਲ ਜੇ ਸ਼ਾਇਦ ਇਸ ਗੱਲ ਦੀ ਅਜੇ ਨਾ ਪਤਾ ਲੱਗਦੀ, ਉਹ ਸਾਰਾ ਕੁਝ ਖਰੀਦਿਆ ਜਾਣਾ ਸੀ, ਕਿਸੇ ਹੋਰ ਲੈਵਲ ਤੇ ਪਤਾ ਲੱਗਣਾ ਸੀ। ਹਾਂਜੀ ਗਰਗ ਸਾਹਿਬ ਤੁਸੀਂ ਅਸਲ 'ਚ ਕੀ ਗੱਲ ਹੈ, ਜੇ ਅਸੀਂ ਦੇਖੀਏ ਇਹ ਮੋਰਲ ਇਹ ਬਣਦਾ ਸੀ ਕਿ ਮੰਨਣਾ ਵੀ ਹਾਂ ਇਹ ਗਲਤੀ ਹੋਈ ਹੈ। ਗਲਤੀ ਨਹੀਂ ਹੋਈ। ਜਿਹੜੀ ਕਮੇਟੀ ਬਣਾਈ 3 ਬੰਦਿਆਂ ਦੀ, ਉਹ ਇੱਕ ਤਾਂ ਉਹ ਕਮੇਟੀ ਆਥੋਰਾਈਜ਼ ਨਹੀਂ ਹੈ,
ਕਿਸੇ ਬੰਦੇ ਨੂੰ ਤੁਸੀਂ ਦੂਜੇ ਦਾ ਘਰ ਵੇਚਣਾ ਸ਼ੁਰੂ ਕਰ ਦਿਓ ਜਾ ਕੇ ਇਹ ਫਰਾਡ ਹੀ ਮੰਨਿਆ ਜਾਂਦਾ ਹੈ। ਦੂਜੀ ਗੱਲ ਕਮੇਟੀ ਬਣਾਈ ਮਲੂਕਾ ਸਾਹਿਬ ਨੇ ਆਪ, ਜਦ ਮੰਤਰੀ ਖੁਦ ਜਿਹੜੇ ਨਿਯਮ ਨੇ ਉਹ ਤੋੜ ਕੇ ਕਮੇਟੀ ਬਣਾਉਂਦਾ ਹੈ ਤਾਂ ਉਹ ਕਮੇਟੀ ਜੋ ਵੀ ਕਰੇਗੀ ਉਹਦੀ ਜ਼ਿੰਮੇਵਾਰੀ ਮੰਤਰੀ ਤੇ ਜਾਏਗੀ। ਦੂਜੀ ਗੱਲ ਜਿਹੜੀਆਂ ਕਿਤਾਬਾਂ ਜਾਂ ਕਿੱਟਾਂ ਨਾਲੇ ਕਮੇਟੀਆਂ ਤੋਂ ਮੰਤਰੀਆਂ ਨੇ ਜੋ ਕਰਵਾਉਣਾ ਉਹ ਲਿਖ ਕੇ ਦੇਣ ਦੀ ਲਿਖ ਲੋੜ ਕੇ ਨਹੀਂ ਕਰਵਾਇਆ ਜਾਂਦਾ, ਲਿਖ ਕੇ ਦੇਣ ਦੀ ਲੋੜ ਨਹੀਂ ਹੁੰਦੀ, ਉਹ ਬੰਦੇ ਨੇ ਨੌਕਰੀ ਕਰਨੀ ਹੈ। ਦੂਸਰਾ ਹਿੱਸਾ ਇਹਦੇ ਵਿੱਚ ਇਹ ਹੈ ਕਿ ਮੰਤਰੀ ਜੀ ਨੇ ਬਿਆਨ ਦਿੱਤਾ ਜਿਹੜਾ ਬਹੁਤ ਵੱਡਾ ਮਾੜੀ ਗੱਲ ਸੀ ਕਿ ਜੀ ਸਾਇੰਸ ਦੇ ਕਿੱਟਾਂ ਤਾਂ ਖਰੀਦੀਆਂ ਨਹੀਂ ਗਈਆਂ। ਲੁਧਿਆਣੇ ਦੇ ਵਿੱਚ ਕਿੱਟਾਂ ਅਗਲਿਆਂ ਨੇ ਦਿਖਾਤੀਆਂ ਵਾਹ ਪਈਆਂ ਨੇ ਸਕੂਲਾਂ ਦੇ ਵਿੱਚ, ਮੁਹਾਲੀ ਦੇ ਵਿੱਚ ਕਿੱਟਾਂ, ਇਹ ਕਿੱਟਾਂ ਖਰੀਦੀਆਂ ਗਈਆਂ ਸੀ। ਇਸ ਦੇ ਬਾਵਜੂਦ ਮੰਤਰੀ ਜੀ ਕਹਿੰਦੇ ਨਹੀਂ ਕਿੱਟਾਂ ਤਾਂ ਖਰੀਦੀਆਂ ਨਹੀਂ ਗਈਆਂ। ਇਸ ਤੋਂ ਮੰਤਰੀ ਜੀ ਹੋਰ ਵੀ ਇਨਵੋਲਵਮੈਂਟ ਸ਼ਾਮਲ ਹੁੰਦੀ ਹੈ। ਜਿਹੜੀ ਗੱਲ ਸਾਹਮਣੇ 3 ਗੁਣਾ 4 ਗੁਣਾ। ਤੀਜੀ ਗੱਲ ਪਰਚੇਜ਼ ਦੇ ਵਿੱਚ ਇੱਕ ਰੂਲ ਹੈ ਕਿ ਜਿਹੜਾ ਬੰਦਾ ਕੋਈ ਮਾਲ ਸਰਕਾਰ ਨੂੰ ਸਪਲਾਈ ਕਰੇ ਉਹ ਪਿਛਲੇ 3 ਸਾਲ ਤੋਂ ਉਨੀ ਕੀਮਤ ਦਾ ਮਾਲ ਉਹੋ ਜਿਹਾ ਮਾਲ ਪਹਿਲਾਂ ਸਰਕਾਰ ਨੂੰ ਸਪਲਾਈ ਕਰਦਾ ਆਉਂਦਾ ਹੋਵੇ, ਉਹਦੀ ਟਰਨਓਵਰ ਕਹਿੰਦੇ ਅਸੀਂ ਉਹਨੂੰ ਵੀ ਟਰਨਓਵਰ 9.5 ਜੇ 9.5 ਕਰੋੜ ਦੀਆਂ ਕਿਤਾਬਾਂ ਉਹਨੇ ਵੇਚਣ ਦਾ ਕਰਿਆ ਸੀ 9.5 ਕਰੋੜ 3 ਸਾਲਾਂ ਤੋਂ ਕਿਤਾਬਾਂ ਵੇਚਦਾ ਆਇਆ ਹੋਵੇ, ਵੇਚਦਾ ਉਹ ਪਾਈਪ ਰਿਹਾ। ਸੋ ਇਹ ਤੀਜੀ ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਉਸ ਏਰੀਆ ਦੇ ਵਿੱਚ ਹੈ ਜਿਹੜਾ ਪ੍ਰਕਾਸ਼ਕ ਹੈ ਨਹੀਂ। ਮੈਂ ਸਰਦੂਲਗੜ੍ਹ ਏਰੀਏ ਦੇ ਪੋਸਟਰ ਰਿਹਾ, ਸੰਘਾ ਪਿੰਡ ਹੈ ਉੱਥੇ, ਉਹ ਤਾਂ ਛੋਟੀ ਜਿਹੀ ਮੰਡੀ ਹੈ, ਉੱਥੇ ਤਾਂ ਕਿਤਾਬਾਂ ਇੰਨੀਆਂ ਕਿਤਾਬਾਂ ਦੀ ਤਾਂ ਗੱਲ ਹੀ ਛੱਡੋ, ਉੱਥੇ ਤਾਂ ਕਿਤੇ ਤੁਹਾਨੂੰ ਇੱਕ ਛੋਟੀ ਜਿਹੀ ਕਾਪੀ ਮਿਲਣੀ ਔਖੀ ਹੋ ਜਾਂਦੀ ਹੈ ਤੇ ਉਸ ਜਗ੍ਹਾ ਦੇ ਉੱਤੇ ਤੁਸੀਂ 9.5 ਕਰੋੜ ਦਾ ਆਰਡਰ ਦਿੰਦੇ ਹੋ। ਇਸ ਤੋਂ ਅੱਗੇ ਇਨਵੋਲਵਮੈਂਟ ਇੱਕ ਹੋਰ ਤਰ੍ਹਾਂ ਦੀ ਪ੍ਰੂਫ ਹੁੰਦੀ ਹੈ। ਜਦ ਪ੍ਰੈਕਟੀਕਲ ਕਾਪੀਆਂ ਦਾ ਮਸਲਾ ਆਇਆ, ਇੱਥੋਂ ਜਿਹੜਾ ਹੁਣ ਡੀਓ ਸਸਪੈਂਡ ਕਰਿਆ ਇਹਨੇ ਲਿਖ ਕੇ ਚਿੱਠੀਆਂ ਭੇਜੀਆਂ, ਚਿੱਠੀਆਂ ਵੀ ਲਿਖ ਕੇ ਭੇਜੀਆਂ, ਇਹ ਵੀ ਨਹੀਂ ਲਿਖਣ ਤੇ ਵੀ ਗਰੇਜ ਨਹੀਂ ਕਰਿਆ। ਕਈ ਵਾਰ ਹੁੰਦਾ ਨਾ ਵੀ ਚੰਗਾ ਫਿਰ ਮੈਂ ਐਂ ਹੀ ਕਰੂੰਗਾ, ਚਿੱਠੀਆਂ ਲਿਖੀਆਂ ਵੀ ਜੇ ਤੁਸੀਂ ਇਹ ਕਾਪੀਆਂ ਨਹੀਂ ਲਵਾਓਗੇ ਤਾਂ ਤੁਹਾਨੂੰ ਸਜ਼ਾ ਦਿੱਤੀ ਜਾਏਗੀ। ਇਹ ਤਾਂ ਜਦ ਰੌਲਾ ਬਹੁਤ ਪੈ ਗਿਆ ਤਾਂ ਉਹ ਕਾਪੀਆਂ ਰੁਕ ਗਈਆਂ। ਸਰਕਾਰ ਦਾ ਫਰਜ਼ ਬਣਦਾ ਸੀ ਜਦੋਂ ਕਾਪੀਆਂ ਤੇ ਰੌਲਾ ਪਿਆ ਸੀ ਉਦੋਂ ਹੀ ਐਕਸ਼ਨ ਲੈਂਦੇ। ਉਹ ਸਹੇ ਤੇ ਪੈਸੇ ਵਾਲੀ ਗੱਲ ਹੋਈ ਹੈ, ਉਦੋਂ ਸ਼ੁਰੂ ਦੇ ਵਿੱਚ ਐਕਸ਼ਨ ਲਿਆ ਨਹੀਂ ਗਿਆ ਤਾਂ ਹੋਇਆ ਇਹ। ਦੇਖੋ ਕੋਈ ਸਰਕਾਰ ਹੋਏ, ਕੋਈ ਮੰਤਰੀ ਹੋਏ, ਮੁੱਖ ਮੰਤਰੀ, ਸਾਰੇ ਛੋਟੇ ਵੱਡੇ ਕੰਮ ਆਪ ਨਹੀਂ ਕਰਨੇ, ਕਮੇਟੀਆਂ ਹੀ ਬਣਾਉਣੀਆਂ ਹੁੰਦੀਆਂ, ਕਮੇਟੀਆਂ ਹੀ ਕਰਨਾ। ਤੇ ਕਮੇਟੀ ਬਣਾਈ, ਕਮੇਟੀ ਦੇ ਕੀਤੇ ਕੰਮ ਦੀ ਜ਼ਿੰਮੇਵਾਰੀ ਵੀ ਤਾਂ ਲੈਣੀ ਹੁੰਦੀ ਹੈ। ਤੁਸੀਂ ਗਲਤ ਖਰੀਦ ਕਰੋ ਜਾਂ ਤੁਸੀਂ ਕਿਸੇ ਏਜੰਸੀ ਨੂੰ ਦਿਓ, ਉਹ ਕਮੇਟੀ ਨੇ ਵੇਖਣਾ। ਕਮੇਟੀਆਂ ਬਣਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਸਾਰਾ ਕੰਮ ਨਹੀਂ, ਕਮੇਟੀ ਦੇ ਕੀਤੇ ਕੰਮ ਦੀ ਜ਼ਿੰਮੇਵਾਰੀ ਕਿਹਦੀ ਹੁੰਦੀ ਆ? ਕਮੇਟੀ ਤੋਂ ਬਾਅਦ ਜਦੋਂ ਕੰਮ ਗਲਤ ਹੋਇਆ, ਕਮੇਟੀ ਦੇ ਕੀਤੇ ਕੰਮ ਦੀ ਜ਼ਿੰਮੇਵਾਰੀ ਮੰਤਰੀ ਦੀ ਹੋਏਗੀ ਜਾਂ ਨਹੀਂ? ਉਹਨਾਂ ਕਮੇਟੀ ਬਦਲਤੀ, ਬੰਦੇ ਸਸਪੈਂਡ ਕਰਤੇ, ਬਦਲਤੇ। ਪਰ ਜਿੰਨੇ ਵੀ ਮੰਤਰੀ ਨੇ ਕਿਸੇ ਸਰਕਾਰ ਦੇ ਵੀ ਹੋਣ, ਕਿਉਂਕਿ ਜੇ ਮੈਂ ਗੱਲ ਕਰਨਾ ਤੁਸੀਂ ਕਹਿੰਦੇ ਅਕਾਲੀ ਪੱਕੀ ਗੱਲ ਕਰਦੇ, ਕਦੀ ਵੀ ਮੰਤਰੀ ਨੇ ਆਪ ਸਾਰੇ ਕੰਮ ਨਹੀਂ ਕਰਨੇ ਹੁੰਦੇ। ਇਹ ਪੱਕੀ ਗੱਲ ਹੈ, ਇਹ ਤਾਂ ਦੱਸਣ ਦੀ ਲੋੜ ਨਹੀਂ ਹੈ, ਇਹ ਤਾਂ ਦੱਸਣ ਦੀ ਲੋੜ ਦੇਖ ਰੇਖ ਕਰਨੀ। ਹੁਣ ਜੇ ਕਮੇਟੀ ਗਲਤ ਕੰਮ ਕਰਦੀ ਹੈ ਤੇ ਇਹਦਾ ਮਤਲਬ ਜਿਹੜਾ ਸਰਕਾਰ ਗਲਤ ਕਰਦੀ, ਮੰਤਰੀ ਨੇ ਗਲਤ ਕੰਮ ਕੀਤਾ। ਹੁਣ ਜੇ ਉਹਨਾਂ ਗਲਤ ਕੰਮ ਕੀਤਾ ਤਾਂ ਐਕਸ਼ਨ ਆ ਜਾਏਗਾ। ਜਦੋਂ ਤੁਸੀਂ ਕੋਈ ਵੀ ਸਰਕਾਰ ਦੀ ਪ੍ਰਾਪਤੀ ਦੀ ਗੱਲ ਕਰਦੇ ਹੋ, ਤੁਸੀਂ ਸੜਕ ਬਾਰੇ ਇਹ ਕਿਉਂ ਨਹੀਂ ਕਹਿੰਦੇ ਕਿ ਮਜ਼ਦੂਰਾਂ ਨੇ ਵਧੀਆ ਬਣਾਈ ਆ? ਤੇ ਮਜ਼ਦੂਰਾਂ ਨੇ ਜਿਹੜੇ ਮਰਦੇ ਉਹਨੂੰ ਪੇਮੈਂਟ ਹੁੰਦੀ ਹੈ ਤਾਂ ਹੀ ਠੇਕੇਦਾਰ ਨੂੰ ਪੇਮੈਂਟ ਹੁੰਦੀ ਹੈ, ਕਮੇਟੀ ਨੂੰ ਵੀ ਪੇਮੈਂਟ ਹੋਗੀ, ਪਰ ਉਹਦੀ ਪ੍ਰਾਪਤੀ ਜਾਂ ਨਾ ਪ੍ਰਾਪਤੀ ਤਾਂ ਤੁਹਾਡੀ ਹੈ ਨਾ। ਕੰਮ ਗਲਤ ਹੁੰਦਾ ਪੇਮੈਂਟਾਂ ਰੁਕਦੀਆਂ ਨੇ, ਤੇ ਜੇ ਵਧੀਆ ਕੰਮ ਕਰਦੇ ਤਾਂ ਹੀ ਪੇਮੈਂਟਾਂ ਹੁੰਦੀਆਂ ਨੇ। ਮੇਰਾ ਇੱਕ ਸਵਾਲ ਹੈ ਜੀ ਇਹਦੇ 'ਚ ਵੀ ਕਮੇਟੀਆਂ ਤਾਂ ਬਣਾਉਣੀਆਂ ਜਾਂਦੀਆਂ ਨੇ, ਕਮੇਟੀਆਂ ਦਾ ਇੱਕ ਤੈਅਸ਼ੁਦਾ ਤਰੀਕਾ ਹੈ। ਇਹ ਜਿਹੜਾ ਪੈਸਾ ਸਰਵ ਸਿੱਖਿਆ ਅਭਿਆਨ ਦੇ ਅੰਦਰ ਆਇਆ ਹੋਇਆ ਸੀ ਉਹਦੇ ਵਾਸਤੇ ਤੈਅਸ਼ੁਦਾ ਤਰੀਕਾ ਇਹ ਹੈ ਕਿ ਡੀਜੀ ਦੀ ਕਮੇਟੀ ਬਣੀ ਹੋਈ ਸਰਕਾਰ ਵੱਲੋਂ। ਡਾਇਰੈਕਟਰ ਜੇ ਮਲੂਕਾ ਸਾਹਿਬ ਨੇ ਗੱਲ ਕਰਨੀ ਹੁੰਦੀ ਉਹ ਕਮੇਟੀ ਬਣਾਉਂਦੇ ਹੀ ਨਾ, ਉਹ ਆਪ ਹੀ ਸਾਰਾ ਕੰਮ ਕਰਦੇ, ਆਪ ਹੀ ਪੇਮੈਂਟਾਂ ਕਰਦੇ। ਕਮੇਟੀ ਬਣਾਈ ਇਸ ਕਰਕੇ ਵੀ ਵਧੀਆ ਤਰੀਕੇ ਨਾਲ ਸਾਰੀ ਖਿਦਮਤ ਕਰਨੀ। ਇਹਦੇ ਅਧੀਨ ਡਾਇਰੈਕਟਰ ਜਨਰਲ ਦੀ ਕਮੇਟੀ ਹੈ, ਉਦੋਂ ਉੱਤੇ ਚੀਫ ਸੈਕਟਰੀ ਦੀ ਕਮੇਟੀ ਹੈ। ਚੀਫ ਸੈਕਟਰੀ ਦੀ ਕਮੇਟੀ ਛੱਡ ਕੇ, ਡਾਇਰੈਕਟਰ ਜਨਰਲ ਦੀ ਕਮੇਟੀ ਛੱਡ ਕੇ, ਜਿਹੜਾ ਪੰਚਾਇਤ ਐਕਟ ਦੇ ਅੰਡਰ ਅਧਿਕਾਰ ਮਿਲਿਆ ਹੋਇਆ ਹੈ ਪਿੰਡ ਦੀਆਂ ਜਿਹੜੀਆਂ ਹੈਗੀਆਂ ਸਕੂਲ ਮੈਨੇਜਮੈਂਟ ਕਮੇਟੀਆਂ, ਰਾਈਟ ਟੂ ਐਜੂਕੇਸ਼ਨ ਦੇ ਅੰਦਰ ਉਹ ਅਧਿਕਾਰ ਖੋ ਕੇ 13,000 ਕਮੇਟੀਆਂ ਪ੍ਰਾਇਮਰੀ ਸਕੂਲਾਂ ਦੀਆਂ, 6,000 ਕਮੇਟੀਆਂ ਮਿਡਲ ਸਕੂਲਾਂ ਦੀਆਂ, ਉਹਨਾਂ 19,000 ਕਮੇਟੀਆਂ ਤੇ ਕੋਈ ਵਿਸ਼ਵਾਸ ਨਹੀਂ। 3 ਬੰਦੇ ਜਿਹੜੇ ਨਾ ਤਾਂ ਆਥੋਰਾਈਜ਼ ਨੇ ਉਸ ਫੰਡ ਨੂੰ ਵਰਤਣ ਦੇ, ਜੇ ਮੈਂ ਜਾ ਕੇ ਐਜੂਕੇਸ਼ਨ ਮਹਿਕਮੇ ਦਾ ਫੰਡ ਵਰਤਣ ਲੱਗ ਜਾਵਾਂ, ਹੋਵਾਂ ਮੈਂ ਹੈਲਥ ਦੇ ਵਿੱਚ, ਤੇ ਫਿਰ ਕੋਈ ਨਾ ਕੋਈ ਤਾਂ ਮੇਰੇ ਮਨ 'ਚ ਕੋਈ ਗੜਬੜ ਹੋਏਗੀ ਨਾ। ਸੋ ਜਿਹੜੀ 3 ਮੈਂਬਰ ਬਣਾਏ ਗਏ ਉਹ ਮੈਂਬਰ ਆਥੋਰਾਈਜ਼ਡ ਨਹੀਂ ਕਮੇਟੀ ਬਣਨ ਦੇ, ਤੇ ਕਮੇਟੀ ਬਣਾਈ ਹੈ ਮਲੂਕਾ ਸਾਹਿਬ ਨੇ। ਮਲੂਕਾ ਸਾਹਿਬ ਨੇ ਜੇ ਠੀਕ ਕੰਮ ਕਰਨਾ ਸੀ ਤਾਂ ਉਹਨਾਂ ਨੇ ਜਿਹੜਾ ਲਿਖਿਆ ਹੋਇਆ ਪ੍ਰੋਸੀਜਰ ਹੈ ਇਹਨਾਂ ਦੀ ਆਪਣੀ ਸਰਕਾਰ ਦਾ ਲਿਖਿਆ ਹੋਇਆ ਹੈ, ਤੇ ਉਹ ਕਮੇਟੀ ਕਿਉਂ ਨਹੀਂ ਬਣਾਈ? ਉਹ ਫਿਰ ਗਲਤੀ ਕਰਦੀ। ਆਪਾਂ ਕਹਿ ਦਿੰਦੇ ਕਿ ਜੀ ਠੀਕ ਹੈ ਕਮੇਟੀ ਹੁਣ ਜਦ ਕਾਨੂੰਨਾਂ 'ਚ ਬਣੀ ਹੋਈ ਹੈ, ਉਸ ਕਮੇਟੀ ਨੇ ਗਲਤੀ ਕਰੀ ਹੈ ਉਹਨੂੰ ਅਸੀਂ ਸਜ਼ਾ ਦੇ ਦਾਂਗੇ। ਕਮੇਟੀ ਹੀ ਉਦੋਂ ਬਾਈਪਾਸ ਕਰਕੇ ਬਣਾਈ ਗਈ ਹੈ। ਸੋ ਇਸ ਕਰਕੇ ਜਦ ਕਮੇਟੀ ਬਾਈਪਾਸ ਕਰਕੇ ਬਣਾਈ ਗਈ ਹੈ ਤਾਂ ਜਿਸ ਵਿਅਕਤੀ ਨੇ, ਜਿਸ ਅਥਾਰਟੀ ਨੇ, ਜਿਸ ਅਧਿਕਾਰੀ ਨੇ, ਜਿਸ ਸਿਆਸਤਦਾਨ ਨੇ, ਜਿਸ ਐਗਜ਼ੈਕਟਿਵ ਨੇ ਉਹ ਕਮੇਟੀ ਬਣਾਈ ਹੋਵੇ, ਜ਼ਿੰਮੇਵਾਰੀ ਉਹਦੀ ਹੈ। ਦੂਜੀ ਗੱਲ ਇੱਕ ਮੈਂ ਹੋਰ ਕਹਿਣਾ, ਮੇਰੀ ਬੇਨਤੀ ਹੈ, ਬਣਾਉਣ ਦਾ ਮਤਲਬ ਇਹ ਕੰਮ ਵਧੀਆ ਕਰਨ। ਜਿਹੜੀ ਡਾਇਰੈਕਟਰ ਜਨਰਲ ਦੀ ਗੱਲ ਕਰਦੇ ਨੇ, ਹੁਣ ਡਾਇਰੈਕਟਰ ਜਨਰਲ ਕੋ ਕੰਮ ਹੀ ਇੰਨਾ ਹੈ ਜ਼ਿਆਦਾ, ਜਿਸ ਤਰ੍ਹਾਂ ਹੁਣ ਵੀ ਰਸਲਾਈ ਹੋਣ ਰਹੀ ਆ, ਹੋਰ ਕਈ ਕੰਮ ਨੇ, ਤੇ ਉਹ ਕੰਮ ਵੰਡ ਕੇ ਉਹਨਾਂ ਨੂੰ ਕਿਸੇ ਨੂੰ ਦੇ ਦਿੱਤਾ। ਕਮੇਟੀ ਬਣਾਉਂਦਾ ਤਾਂ ਮਤਲਬ ਇਹ ਸਭ ਕਮੇਟੀ ਬਣਾਉਂਦੀ, ਉਹਨਾਂ ਕਹਿੰਦੇ ਕੰਮ ਗਲਤ ਕਰੋ, ਜਿਵੇਂ ਤਾਂ ਕਮੇਟੀ ਦੀ ਬਣਦੀ ਹੈ। ਉਹ ਡਾਇਰੈਕਟਰ ਜਨਰਲ ਨੇ ਚਿੱਠੀ ਜਾਰੀ ਕੀਤੀ ਹੋਈ ਹੈ ਕਿ ਲੈਂਗੁਏਜ ਉਹੀ ਉਹਨਾਂ ਕਿਤਾਬਾਂ ਵਾਸਤੇ
ਵਾਸਤੇ, ਉਸੇ ਗ੍ਰਾਂਟ ਵਾਸਤੇ ਉਹਨੇ ਚਿੱਠੀ ਜਾਰੀ ਕੀਤੀ ਹੈ ਕਿ ਤੁਸੀਂ ਮਤਲਬ ਲੈਂਗੁਏਜ ਡਿਪਾਰਟਮੈਂਟ ਤੋਂ ਇਨ ਕਿਤਾਬਾਂ ਖਰੀਦੋ, ਸਿਲੈਕਟ ਤੁਸੀਂ ਉਹ ਕਮੇਟੀ ਸਿਲੈਕਟ ਕਰੇ, ਇਹ ਚਿੱਠੀ ਜਾਰੀ ਕੀਤੀ ਹੈ। ਉਹ ਚਿੱਠੀ ਪੈਰਲ ਉਸ ਚਿੱਠੀ ਨੂੰ ਬਾਈਪਾਸ ਕਰਕੇ ਉਦੋਂ ਮਗਰੋਂ ਕਮੇਟੀ ਬਣੀ ਹੈ ਇਹ। ਉਹ ਡਾਇਰੈਕਟਰ ਜਨਰਲ ਦੀ ਵੀ ਚਿੱਠੀ ਹੈ, ਜਾਰੀ ਚੱਲ ਰਹੀ ਹੈ। ਇਹ ਸਕੈਮ ਨਾਲ ਐਜੂਕੇਸ਼ਨ ਦੇ ਉੱਪਰ ਬਹੁਤ ਮਾੜਾ ਅਸਰ ਪਿਆ। ਅੱਗੇ ਗਵਰਨਮੈਂਟ ਸਕੂਲਾਂ ਦੀ ਰੈਪੂਟੇਸ਼ਨ ਇੰਨੀ ਅੱਛੀ ਨਹੀਂ, ਲੇਕਿਨ ਜਦੋਂ ਸਾਰਿਆਂ ਨੂੰ ਪਤਾ ਲੱਗੇਗਾ ਕਿ ਗਲਤ ਕਿਤਾਬਾਂ, ਗਲਤ ਸਾਇੰਸ ਕਿੱਟਾਂ, ਮੈਪ ਬੁੱਕ ਜਿਹੜੀ ਉਹ ਗਲਤ ਹੈ। 36 ਲੱਖ ਬੱਚਾ 6ਵੀਂ ਤੋਂ 10ਵੀਂ ਤੱਕ ਪੜ੍ਹਦਾ ਸਕੂਲਾਂ ਦੇ ਵਿੱਚ। ਉਹਨਾਂ ਨੂੰ ਜਿਹੜੇ ਮੈਪ ਸਪਲਾਈ ਕੀਤੇ ਗਏ, ਕਿਉਂਕਿ ਮੈਂ ਜੀਓਗ੍ਰਾਫੀ ਦਾ ਆਦਮੀ ਹਾਂ, ਮੈਂ ਜਾਣਨਾ, ਉਹ ਮੈਪ ਦੀ ਜਿਹੜੀ ਸੀ ਉਹ ਬੁੱਕ ਕਿਸੇ ਕੰਮ ਦੀ ਨਹੀਂ, ਉਹਦੀ ਆਊਟਲਾਈਨ ਅੱਛੀ ਨਹੀਂ, ਉਹਦੀ ਕਲਰ ਸਕੀਮ ਨਹੀਂ। ਬਾਹਰ ਦੀਆਂ ਜਿਹੜੀਆਂ ਕਿਤਾਬਾਂ ਬੜੀਆਂ ਰੌਚਕ ਹੋਣੀਆਂ ਚਾਹੀਦੀਆਂ, ਬੱਚਾ ਦੇਖ ਕੇ ਖੁਸ਼ ਹੋਵੇ। ਸੋ ਇਹ ਸਾਰੇ ਸਕੈਮ ਨਾਲ ਜਾਂ ਜੋ ਇਹ ਵਾਦ ਵਿਵਾਦ ਹੋਇਆ, ਉਹਦੇ ਨਾਲ ਮੈਂ ਸਾਫ਼ ਕਹਾਂਗਾ ਕਿ ਪੰਜਾਬ ਦੀ ਐਜੂਕੇਸ਼ਨ ਤੇ ਖਾਸ ਕਰਕੇ ਗਵਰਨਮੈਂਟ ਸਕੂਲਾਂ ਤੇ ਬਹੁਤ ਮਾੜਾ ਅਸਰ ਪਿਆ ਹੋਇਆ। ਹਾਂਜੀ ਦੇਖੋ ਜੀ, ਇੱਕ ਗੱਲ ਹੈ ਵੀ ਜਦ ਅਸੀਂ ਇਹ ਸਾਰੇ ਵਰਤਾਰੇ ਨੂੰ ਦੇਖਦੇ ਹਾਂ, ਉਹਦੇ ਦੋ ਗੱਲਾਂ ਦੇਖਣ ਦੀ ਬਹੁਤ ਵੱਡੀ ਲੋੜ ਹੈ। ਇੱਕ ਕਾਨੂੰਨ ਬਣਿਆ ਹੋਇਆ ਹੈ, ਉਹਦੇ ਮੁਤਾਬਕ ਅਸੀਂ ਗਤੀਵਿਧੀਆਂ ਕਰਨੀਆਂ ਸੀ, ਉਹਦੇ ਮੁਤਾਬਕ ਪ੍ਰੋਸੀਜਰ ਅਡਾਪਟ ਕਰਨਾ ਸੀ। ਉਹ ਪ੍ਰੋਸੀਜਰ ਨੂੰ ਬਾਈਪਾਸ ਕਰਿਆ ਗਿਆ। ਜਦ ਵੀ ਕੋਈ ਪ੍ਰੋਸੀਜਰ ਬਾਈਪਾਸ ਕਰਿਆ ਜਾਂਦਾ ਹੈ ਤਾਂ ਉਹਦੇ 'ਚ ਵੈਸਟਡ ਇੰਟਰਸਟ ਤੋਂ ਬਗੈਰ ਨਹੀਂ ਹੁੰਦਾ ਕਦੀ ਵੀ। ਪਹਿਲੀ ਗੱਲ ਇਹ। ਦੂਜੀ ਗੱਲ, ਜਦੋਂ ਬਾਈਪਾਸ ਇੱਕ ਗੱਲ 'ਚ ਨਹੀਂ ਹੋਇਆ, ਪਰ DPI ਪ੍ਰਾਇਮਰੀ ਹੈ, DPI ਪ੍ਰਾਇਮਰੀ ਐਲੀਮੈਂਟਰੀ ਕੋਲੇ ਹਾਈ ਸਕੂਲਾਂ ਜਾਂ ਮਿਡਲ ਸਕੂਲਾਂ ਵਾਸਤੇ ਸਾਇੰਸ ਦਾ ਸਮਾਨ ਖਰੀਦਣ ਅਥਾਰਟੀ ਹੋਈ ਨਹੀਂ, ਨਾ ਤਾਂ ਉਹਦੀ ਉਹ DPI ਹੈ। DPI ਸੈਕੰਡਰੀ ਹੈਗਾ ਸੀ, DPI ਸੈਕੰਡਰੀ ਨੂੰ ਕਿਉਂ ਨਹੀਂ ਕਿਹਾ ਗਿਆ ਵੀ ਤੂੰ ਬਣਾ ਦੇ? ਜੇ ਕਮੇਟੀ ਬਾਈਪਾਸ ਵੀ ਕਰਕੇ ਬਣਾਈ ਸੀ, ਪ੍ਰਾਇਮਰੀ ਦੀ ਕਮੇਟੀ ਬਣਾਈ ਗਈ, ਇੱਕ DO ਪਾਇਆ ਗਿਆ। DO ਜਿਹੜਾ ਹੈ ਉਹ ਵੀ ਸਾਰੇ ਸਕੂਲਾਂ ਦਾ, ਕਿਉਂਕਿ DO ਫਿਰ ਤੁਸੀਂ ਕਹਿਣਾ ਸੀ ਵੀ ਪ੍ਰਾਇਮਰੀ ਨਹੀਂ, ਮੈਂ ਇਹ ਨਹੀਂ ਕਹਿੰਦਾ ਵੀ ਜੇ ਤੁਸੀਂ DPI ਦੀ ਵੀ ਬਣਾਉਣੀ ਸੀ, ਜਿਹੜੇ ਬੰਦੇ ਉਸ ਮਹਿਕਮੇ ਦੇ ਨਾਲ ਸੰਬੰਧਿਤ ਹੀ ਨਹੀਂ ਹੈਗੇ, ਜੇ ਤੁਸੀਂ ਉਹਦੀ ਕਮੇਟੀ ਬਣਾਉਣੇ ਹੋ ਤਾਂ ਕੋਈ ਵੈਸਟਡ ਇੰਟਰਸਟ ਨੇ ਬਾਈਪਾਸ ਕਰਿਆ। ਦੂਜੀ ਗੱਲ, DG ਕੋਲ ਕੰਮ ਸੀਗਾ, ਇੱਦਾਂ ਤਾਂ ਕੰਮ ਤਾਂ ਬਹੁਤ ਨੇ, DC ਕੋਲ ਤਾਂ ਕੰਮ ਮੁੱਕਦੀ ਨਹੀਂ ਕਦੇ, ਫਿਰ ਉਹਨੂੰ ਇੰਨੇ ਮਹਿਕਮੇ ਕਿਉਂ ਦੇ ਰੱਖੇ ਨੇ? ਕੰਮ ਤਾਂ ਨਿਪਟਾਣਾ ਹੁੰਦਾ। ਚੀਫ ਸੈਕਟਰੀ ਦੀ ਕਮੇਟੀ ਦੇ ਉੱਤੇ ਜਦ ਵੱਡੀ ਪਰਚੇਜ਼ ਹੋਣੀ ਹੋਵੇ ਤਾਂ ਉਹ ਚੀਫ ਸੈਕਟਰੀ ਦੀ ਕਮੇਟੀ ਜਾਂਦੀ ਹੈ। ਜਦ ਅਸੀਂ ਕਿਸੇ ਪ੍ਰੋਸੀਜਰ ਨੂੰ, ਕਿਸੇ ਤੈਅਸ਼ੁਦਾ ਨੀਤੀ ਨੂੰ, ਲਿਖਤੀ ਨੀਤੀ ਨੂੰ ਬਾਈਪਾਸ ਕਰਦੇ ਹਾਂ, ਉਹਦੇ ਵਿੱਚ ਇਹ ਕਹਿਣਾ ਵੀ ਨਹੀਂ ਜੀ ਅਸੀਂ ਕਮੇਟੀਆਂ ਰਾਹੀਂ ਉਹ ਕਰਾਉਣਾ ਸੀ, ਹੋਰ ਅਸੀਂ ਕੀ ਕਰਦੇ, ਤਾਂ ਇਹ ਬਿਲਕੁਲ ਮੈਂ ਕਹਾਂਗਾ। ਇੱਕ ਆਖਰੀ ਮਿੰਟ ਬੱਬੇ ਹਾਲੀ ਜੀ ਨੂੰ ਬੋਲਣ ਲਈ ਦੇਣਾ। ਬੱਬੇ ਹਾਲੀ ਜੀ, ਤੁਸੀਂ ਦੱਸੋ ਕਿ ਵੀ ਮਤਲਬ ਹੁਣ ਜਿਹੜਾ ਇਹ ਸਾਰਾ ਮਾਹੌਲ ਹੈ, ਇਹ ਗਰਗ ਸਾਹਿਬ ਸਰਕਾਰੀ ਕਮੇਟੀਆਂ ਦੇ ਵਿੱਚ ਰਹੇ ਨੇ, ਜਿਹੜੀਆਂ ਕਾਨੂੰਨਾਂ ਨੂੰ ਖਾਸ ਤੌਰ 'ਤੇ ਸਿੱਖਿਆ ਵਾਲਿਆਂ ਨੂੰ ਲਾਗੂ ਕਰਨੇ, ਇਹਨਾਂ ਨੂੰ ਪ੍ਰੋਸੀਜਰ ਪਤਾ ਨੇ। ਜਸ਼ਪਾਲ ਜੀ ਨੇ ਸਰਕਾਰੀ ਮਹਿਕਮੇ ਦੇ ਵਿੱਚ ਨੌਕਰੀ ਕੀਤੀ ਹੈ, ਲਗਾਤਾਰ ਜਥੇਬੰਦੀਆਂ ਵੱਲੋਂ ਕੰਮ ਕੀਤਾ। ਜਦੋਂ ਇਹ ਸਾਰੀ ਇਹ ਦਲੀਲ ਸਾਡੇ ਸਾਹਮਣੇ ਹੈ, ਜਿਹੜੀ ਦੇਖਣ ਨੂੰ ਲੱਗਦੀ ਹੈ ਸੱਚੀ ਹੈ, ਕੱਲ ਨੂੰ ਹੋ ਸਕਦਾ ਦੇਖਣ ਨੂੰ ਲੱਗ ਰਹੀ ਹੈ ਸੱਚੀ ਤਾਂ ਨਹੀਂ, ਹਲੇ ਇਨਕੁਆਰੀ ਹੋ ਰਹੀ ਆ। ਹਾਂਜੀ, ਜੋ ਰਿਟਾਇਰ ਜੱਜ ਸਾਹਿਬਾਨ ਜਿਹੜਾ ਇਨਸਾਫ ਦਾ ਇੱਕ ਪੱਖ ਹੁੰਦਾ, ਇਨਸਾਫ ਦਾ ਜਿਹੜਾ ਇੱਕ ਪੱਖ ਹੁੰਦਾ ਉਹ ਇਹ ਹੁੰਦਾ ਕਿ ਵੀ ਜਿਹੜਾ ਵੀ ਨਿਆਂ ਹੋਵੇ ਉਹ ਦੇਖਣ ਨੂੰ ਨਿਆਂ ਵੀ ਲੱਗਣਾ ਚਾਹੀਦਾ। ਤੁਹਾਡਾ ਜਿਹੜਾ ਦੀ ਗੱਲ ਤੇ ਹਾਲੇ ਆਉਣੀ ਆ, ਹਾਲੇ ਇਨਕੁਆਰੀ ਹੋ ਰਹੀ ਆ, ਉਹ ਤੋਂ ਪਹਿਲਾਂ ਥੋੜਾ ਕਹਿ ਸਕਦੇ ਆ ਅਸੀਂ ਕੀ ਗੱਲ ਹੋਈ ਆ। ਜਿਹੜੇ ਅਧਿਕਾਰੀ ਇਨਕੁਆਰੀ ਮਾਰ ਕੇ ਅੰਦਰ ਫਿਰ ਇਹ ਤੇ ਇੱਕ ਇਨਕੁਆਰੀ ਦਾ ਜਿਹੜਾ ਮਸਲਾ ਹੁੰਦਾ ਕਿ ਵੀ ਜਿਹਦੇ ਖਿਲਾਫ ਜੇ ਜਿਹੜੀ ਜਾਂਚ ਹੈ, ਜਿਸ ਬੰਦੇ ਦੇ ਖਿਲਾਫ ਜਾਂਚ ਹੋਣੀ ਹੈ, ਉਹ ਨਹੀਂ ਹੋਣਾ ਚਾਹੀਦਾ। ਜੇ ਉਹ ਵੱਡੇ ਅਹੁਦੇ ਤੇ ਹੈਗਾ, ਜਿੱਥੇ ਉਹ ਜਾਂਚ ਦੇ ਉੱਤੇ ਅਸਰ ਪਾ ਸਕਦਾ, ਉਹਨੂੰ ਪਾਸੇ ਕਰਨਾ ਹੁੰਦਾ। ਜੱਜ ਸਾਹਿਬ ਨੇ, ਜਿਹੜੇ ਰਿਟਾਇਰ ਜੱਜ ਨੇ, CM ਸਾਹਿਬ ਨੇ ਕਿਹਾ, ਉਹਨਾਂ ਨੇ ਇਹਨਾਂ ਨੂੰ ਕੋਈ ਇਨਕੁਆਰੀ ਦੇ ਵਿੱਚ ਥੋੜਾ ਬਣਾਉਣਾ। ਕੋਈ ਜੇ ਹਾਇਰ ਅਥਾਰਟੀ ਦੇ ਜੇ ਕੋਈ ਐਜੂਕੇਸ਼ਨ ਦਾ ਅਫਸਰ ਇਨਕੁਆਰੀ ਕਰਦਾ, ਫਿਰ ਤਾਂ ਮਲੂਕਾ ਸਾਹਿਬ ਦਾ ਅਸਰ ਹੋ ਸਕਦਾ। ਜੀ, ਤੁਹਾਡੀ ਗੱਲ ਬਿਲਕੁਲ, ਫਿਰ ਹਾਇਰ ਅਥਾਰਟੀ ਦੀ ਗੱਲ ਹੈਗੀ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋਗੀ। ਮਸਲਾ ਇਹ ਹੈ ਕਿ ਵੀ ਰਣੀਕੇ ਸਾਹਿਬ ਨਾਲ ਫਿਰ ਤੁਸੀਂ ਕਿਉਂ ਵਿਤਕਰਾ ਕਰ ਗਏ ਸੀ? ਇਹ ਜਿਹੜਾ ਆਪਾਂ ਸਵਾਲ ਹੈ ਦਰਸ਼ਕਾਂ ਲਈ ਛੱਡ ਦਿੰਦੇ ਆ, ਤੁਸੀਂ ਅੱਜ ਦੀ ਚਰਚਾ ਰਣੀਕੇ ਸਾਹਿਬ ਦਾ ਉਹ PA ਦੀ ਗੱਲ ਹੀ, ਤੇ ਇਸ ਕਰਕੇ ਉਦੋਂ ਉਹਨਾਂ ਨੇ ਕਿਹਾ ਵੀ ਇਹ PA ਜਿਹੜਾ ਕਿ ਉਹ ਨਾਲ ਉਹ ਵੀ ਤਾਂ ਮੁਲਾਜ਼ਮ ਸੀਗਾ ਨਾ ਜੀ। ਪਤਾ ਲੱਗਿਆ ਰਣੀਕੇ ਸਾਹਿਬ ਦਾ ਨਹੀਂ ਕਸੂਰ, ਉਹਨਾਂ ਨੂੰ ਮੁੜ ਕੇ ਵਿੱਚ ਲੈ ਲਿਆ। ਇਹਦੇ 'ਚ ਨਾ ਤੇ ਇਹਦਾ ਕੋਈ PA ਆ, ਨਾ ਕੋਈ ਉਧਰੋਂ ਬੰਦਾ ਹੈ, ਤੇ ਕਮੇਟੀ ਬਣਾਈ ਆ, ਕਮੇਟੀ ਜਿਹੜੀ ਰਿਪੋਰਟ ਕਰੇਗੀ ਉਹ ਠੀਕ ਆ, ਜੋ ਇਨਕੁਆਰੀ ਆਏਗੀ ਠੀਕ ਹੈ। ਉਹਦੇ ਵਿੱਚ ਨੋ ਹੈ ਜੀ, ਨੋ ਨੇ ਕੋਈ ਖਰੀਦੀਆਂ ਥੋੜੀਆਂ ਨੇ, ਚਲੋ ਖੈਰ ਆਪਣੇ ਕਿਸੇ ਦੇ ਪਰਿਵਾਰ ਦੇ ਮੈਂਬਰ ਵੀ ਲੱਗ ਸਕਦੇ, ਇਹਦਾ ਮਤਲਬ ਕੋਈ ਮੰਤਰੀ ਬਣ ਗਿਆ, ਪਰ ਕਿਸੇ ਦੇ ਪਰਿਵਾਰ ਦਾ ਮੈਂਬਰ ਹੋਣਾ ਆਪਣੇ ਆਪ 'ਚ ਕੋਈ ਯੋਗਤਾ ਨਹੀਂ ਮਤਲਬ ਇਹ ਨਹੀਂ ਵੀ ਜੇ ਕੋਈ ਮੰਤਰੀ ਬਣ ਗਿਆ ਤੇ ਉਹ ਸਾਰੇ ਨੌਕਰੀ ਛੱਡ ਕੇ ਘਰ ਬਹਿ ਜਾਣਗੇ। ਨਹੀਂ, ਨੌਕਰੀ ਨਹੀਂ ਛੱਡਣਗੇ। ਉਹਨੇ ਕੋਈ ਕਿਤਾਬਾਂ ਨਹੀਂ ਖਰੀਦੀਆਂ, ਨੋ ਨੇ ਕੋਈ ਚੈੱਕ ਨਹੀਂ ਕੱਟਿਆ, ਕੋਈ ਕਮੇਟੀ ਦੇ ਵਿੱਚ ਗਈ ਨਹੀਂ, ਇਹ ਨਹੀਂ ਗੱਲ। ਇਸ ਮਹਿਕਮੇ 'ਚ ਨੌਕਰੀ ਨਹੀਂ ਹੈ, ਇਹਦਾ ਮਤਲਬ ਪੋਲੀਟੀਕਲ ਬੰਦਾ, ਪੋਲੀਟੀਕਲ ਬੰਦੇ ਦਾ ਪਰਿਵਾਰ ਦਾ ਮੈਂਬਰ ਫਿਰ ਨੌਕਰੀ ਕਿਤੇ ਕਰੇ ਹੀ ਨਾ। ਨਹੀਂ, ਨੌਕਰੀ ਕਰ ਰਹੇ ਨੇ ਉਹ। ਉਹਨੇ ਕੋਈ ਚੈੱਕ ਕੱਟਿਆ, ਜੇ ਉਹਨੇ ਕੋਈ ਚੈੱਕ ਕੱਟਿਆ। ਨਹੀਂ, ਪੰਚਾਇਤ ਸਾਹਿਬ ਮੇਰਾ ਸਵਾਲ ਇਹ ਹੈ ਵੀ ਪੰਚਾਇਤ ਵਿਭਾਗ ਸੀਗੇ। ਦੇਖੋ, ਪਹਿਲਾਂ ਇੱਕ ਮੈਂ ਆਖਰੀ ਗੱਲ ਕਹਿਣਾ ਚਾਹੁੰਦਾ, ਪਹਿਲਾਂ ਇਹ ਹੋਇਆ ਸੀ ਕਿ ਸਿਆਸਤਦਾਨ ਆਪਦੇ ਬੱਚਿਆਂ ਨੂੰ ਸਿਆਸਤ 'ਚ ਲਿਆਉਂਦੇ ਸੀ, ਪਰ ਮੈਨੂੰ ਇੱਕ ਅਫਸੋਸ ਹੋ ਰਿਹਾ ਵੀ ਮੁਲਕ ਦਾ ਕਿ ਹੁਣ ਉਹ ਪ੍ਰਸ਼ਾਸਨ ਦੇ ਵਿੱਚ ਵੀ ਆਪਦੇ ਰਿਸ਼ਤੇਦਾਰਾਂ ਨੂੰ ਲਿਆ ਕੇ ਉਹਦੇ ਨਾਲ ਜਿਹੜਾ ਕਾਮਨ ਮੈਨ ਆ ਉਹ ਬਿਲਕੁਲ ਹੀ ਪੱਠਾ ਵਹਿ ਜਾਏਗਾ, ਕਿਉਂਕਿ ਪ੍ਰਸ਼ਾਸਨ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਆਪਣੇ ਕੋਲ ਟਾਈਮ ਖਤਮ ਹੋ ਗਿਆ ਹਰਦਿਆਲ ਜੀ, ਸਾਡੇ ਕੋਲ ਟਾਈਮ ਬਿਲਕੁਲ ਖਤਮ ਹੋ ਗਿਆ ਜੀ। ਤੁਸੀਂ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ ਸਾਰੇ, ਤੁਹਾਡਾ ਬਹੁਤ ਬਹੁਤ ਧੰਨਵਾਦ।
ਸਿੱਖਿਆ ਰਾਹੀਂ ਅਸੀਂ ਬਿਹਤਰ ਮਨੁੱਖ ਅਤੇ ਬਿਹਤਰ ਸ਼ਹਿਰੀ ਪੈਦਾ ਕਰਨ ਦਾ ਦਾਅਵਾ ਕਰਦੇ ਹਾਂ। ਇਸ ਦਾਅਵੇ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਸੁਹਿਰਦ ਹੋਵੇ। ਮੌਜੂਦਾ ਘਪਲਿਆਂ ਲਈ ਦੋਸ਼ੀ ਕੋਈ ਵੀ ਹੋਵੇ, ਪਰ ਸਰਕਾਰ ਦੀ ਸੁਹਿਰਦਤਾ ਉੱਤੇ ਠੋਸ ਸਵਾਲ ਜ਼ਰੂਰ ਲੱਗ ਗਿਆ ਹੈ। ਮੌਜੂਦਾ ਦੌਰ ਵਿੱਚ ਸਿਆਸਤਦਾਨਾਂ ਲਈ ਨੈਤਿਕਤਾ ਦੇ ਕੋਈ ਮਾਇਨੇ ਨਹੀਂ, ਪਰ ਫਿਰ ਵੀ ਇਹ ਤਾਂ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਸਿੱਖਿਆ ਮੰਤਰੀ ਦੀ ਕੀ ਜ਼ਿੰਮੇਵਾਰੀ ਬਣਦੀ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।